ਧੰਨ ਵਾਹਿਗੁਰੂ ਸਾਹਿਬ ਜੀਓ। ਭਾਦੋਏ ਭਰਮ ਭੁਲਾਣੀਆਂ, ਦੂਜੈ ਲਗਾ ਹੇਤ। ਲਖ ਸ਼ਿੰਗਾਰ ਬਣਾਇਆ, ਕਾਰਜ ਨਾਹੀ ਕੇਤ। ਜਿਤ ਦਿਨ ਦੇ ਬਿਨਸੀ, ਤਿਤ ਵੇਲੇ ਕਹਿਸਨ ਪ੍ਰੇਤ। ਪਕੜ ਚਲਾਇਨ ਦੂਤ ਜਮ, ਕਿਸੈ ਨ ਦੇਨੀ ਭੇਤ। ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉ ਲਗਾ ਹੇਤ। ਹੱਥ ਮਰੋੜੇ ਤਨ ਕੰਪੇ, ਸਿਆਹੋ ਹੋਵਾ ਸੇਤ। ਜਿਹਾ ਬੀਜੈ ਸੋ ਲੁਣੈ, ਕਰਮਾਂ ਸੰਦੜਾ ਖੇਤ। ਜਿਹਾ ਬੀਜੈ ਸੋ ਲੁਣੈ, ਕਰਮਾਂ ਸੰਦੜਾ ਖੇਤ। ਸੇ ਭਾਦੋਏ ਨਰਕ ਨ ਪਾਈਐ, ਗੁਰ ਰਖਣ ਵਾਲਾ ਹੇਤ। ਸੇ ਭਾਦੋਏ ਨਰਕ ਨਾ ਪਾਈਐ, ਗੁਰ ਰਖਣ ਵਾਲਾ ਹੇਤ। ਜੁਗੋ ਜੁਗੇ ਅਟਲ ਚਵਰ ਤਖਤ ਦੇ ਮਾਲਕ, ਅੰਮ੍ਰਿਤ ਕੇ ਦਾਤੇ ਸ਼ਬਦ ਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਮੁਬਾਰਕ ਨਿੱਘੀ ਗੋਦ ਅੰਦਰ ਜੁੜ ਬੈਠੇ ਸਤਿਕਾਰਯੋਗ ਸਤ ਸੰਗੀ ਜਨੋ। ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਕਿ ਸਤਿਗੁਰੂ ਦੀ ਪਵਿੱਤਰ ਗੋਦ ਵਿੱਚ ਜੁੜ ਬੈਠ ਕੇ ਅਸੀਂ ਗੁਰਬਾਣੀ ਦੇ ਨਾਲ ਸਾਂਝ ਬਣਾਉਣ ਦਾ ਯਤਨ ਕਰ ਰਹੇ ਹਾਂ। ਮੇਰੇ ਤੋਂ ਪਹਿਲਾਂ ਪਿਆਰੇ ਬੱਚਿਆਂ ਪਾਸੋਂ ਆਪ ਸੰਗਤ ਨੇ ਸਤਿਗੁਰੂ ਦੀ ਗੁਰਬਾਣੀ ਦੇ ਕੀਰਤਨ ਨਾਲ ਸਾਂਝ ਬਣਾਉਣ ਦਾ ਯਤਨ ਕੀਤਾ ਹੈ। ਆਓ ਕੁਝ ਸਮਾਂ ਹੋਰ ਅਸੀਂ ਸਤਿਗੁਰੂ ਦੀ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰਨਾ ਹੈ। ਅੱਜ ਦੇਸੀ ਮਹੀਨਿਆਂ ਦਾ 6ਵਾਂ ਮਹੀਨਾ ਹੈ, ਜੋ ਭਾਦੋਏ, ਜਿਸ ਨੂੰ ਅਸੀਂ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਭਾਦੋ ਕਹਿੰਦੇ ਹਾਂ ਜਾਂ ਭਾਦਰੋਂ ਕਹਿੰਦੇ ਹਾਂ, ਉਸ ਦੀ ਅੱਜ ਆਰੰਭਤਾ ਹੋਈ ਹੈ। ਪਰ ਭਾਦੋ ਮਹੀਨੇ ਦਾ ਨਾਮ ਵਰਤ ਕੇ ਸਤਿਗੁਰੂ ਨੇ ਜੋ ਉਪਦੇਸ਼, ਜੋ ਬਖਸ਼ਿਸ਼ ਸਾਡੀ ਝੋਲੀ ਵਿੱਚ ਪਾਈ ਹੈ, ਉਸ ਨੂੰ ਅਸੀਂ ਸਤਿਗੁਰੂ ਦੀ ਗੋਦ ਵਿੱਚ ਬੈਠ ਕੇ ਕੁਝ ਸਮਾਂ ਵਿਚਾਰਨ ਦਾ ਯਤਨ ਕਰਨਾ ਹੈ। ਆਓ ਜਿੰਨੇ ਸਰੀਰ ਸਤਿਗੁਰੂ ਦੀ ਪਵਿੱਤਰ ਗੋਦ ਵਿੱਚ ਜੁੜ ਬੈਠੇ ਹਾਂ, ਜਿੱਥੇ ਸਰੀਰ ਹਾਜ਼ਰੀ ਭਰ ਰਿਹਾ ਹੈ, ਉੱਥੇ ਮਨ ਕਰਕੇ ਵੀ ਅਸੀਂ ਗੁਰੂ ਦੀ ਹਾਜ਼ਰੀ ਵਿੱਚ, ਗੁਰੂ ਦੀ ਹਜ਼ੂਰੀ ਵਿੱਚ ਹਾਜ਼ਰੀ ਭਰ ਸਕੀਏ। ਆਓ ਕੁਝ ਕਹਿਣ ਤੋਂ ਪਹਿਲਾਂ ਮਨੋਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਗੁਰੂ ਦਸ਼ਮੇਸ਼, ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੀ ਫਤਿਹ ਨਾਲ ਸਾਂਝ ਕਰੀਏ ਜੀ। ਇੱਕੋ ਵਾਰੀ ਕਹਿਣ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਝੁਕਾਓ ਸੀਸ। ਦਾਸਰੇ ਨੂੰ ਅਸੀਸ ਬਖਸ਼ਿਸ਼ ਕਰਦਿਆਂ ਹੋਇਆਂ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਵੀ ਮੈਂ ਸਤਿਗੁਰੂ ਦੀ ਪਵਿੱਤਰ ਗੁਰਬਾਣੀ ਦੀ ਵਿਚਾਰ ਦੇਸੀ ਮਹੀਨਿਆਂ ਦੇ ਜਦੋਂ ਵੀ ਆਰੰਭਤਾ ਹੁੰਦੀ ਅਸੀਂ ਕਰਦੇ ਹਾਂ, ਤਾਂ ਟੂਕ ਮਾਤਰ ਕੇ ਸਤਿਗੁਰੂ ਦੀ ਗੁਰਬਾਣੀ ਅੰਦਰ 2 ਵਾਰੀ 12ਵਾਂ ਆਇਆ ਹੈ। ਇੱਕ 12ਵਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਹੈ,
ਜੋ ਤੁਖਾਰੀ ਰਾਗ ਅੰਦਰ ਹੈ। ਇੱਕ 12ਵਾਂ ਜਿਸ ਦਾ ਕਿ ਆਮ ਗੁਰਦੁਆਰਿਆਂ ਵਿੱਚ ਅੱਜ ਪਾਠ ਕੀਤਾ ਗਿਆ ਹੈ ਜਾਂ ਕੀਤਾ ਜਾਵੇਗਾ। ਇਹ ਦੂਸਰਾ 12ਵਾਂ ਜਿਸ ਨੂੰ ਮਾਝ ਰਾਗ ਵਿੱਚ ਸਤਿਗੁਰੂ ਜੀ ਨੇ ਅੰਕਿਤ ਕੀਤਾ ਹੈ। ਇਹ ਦੋ 12ਵਾਂ ਨੇ। 12 ਦਾ ਅਰਥ ਗਿਣਤੀ ਦੇ 12 ਜਿਸ ਨੂੰ ਅਸੀਂ ਕਹਿੰਦੇ ਹਾਂ ਮਾਹ ਦਾ ਅਰਥ ਹੁੰਦਾ ਮਹੀਨਾ। ਜੋ 12 ਮਹੀਨਿਆਂ ਦਾ ਨਾਮ ਵਰਤ ਕੇ, ਪ੍ਰਤੀਕ ਵਰਤ ਕੇ ਸਤਿਗੁਰ ਨੇ ਉਪਦੇਸ਼ ਸਾਡੀ ਝੋਲੀ ਵਿੱਚ ਪਾਇਆ ਹੈ। ਪਰ ਜਿਸ ਤਰ੍ਹਾਂ ਬਾਹਰੀ ਮੌਸਮ ਦੇ ਅਨੁਸਾਰ, ਜਿਵੇਂ ਸਤਿਗੁਰ ਨੇ ਬਾਣੀ ਅੰਦਰ ਇਹ ਬਚਨ ਆਖੇ ਨੇ, ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੀ ਵੇ। ਸੂਰਜ ਇੱਕ ਹੈ, ਉਸ ਦੇ ਅਕੋਰਡਿੰਗ ਰੁੱਤਾਂ ਬਦਲਦੀਆਂ ਰਹਿੰਦੀਆਂ ਨੇ। ਪਰ 6 ਰੁੱਤਾਂ ਦਾ ਜ਼ਿਕਰ ਰੁੱਤੀ ਸਲੋਕਾਂ ਵਿੱਚ ਵੀ ਸਤਿਗੁਰ ਨੇ ਸਾਂਝਾ ਕੀਤਾ ਹੈ। ਪਰ ਆਮ ਕਰਕੇ ਵੀ ਭਾਰਤ ਅੰਦਰ 6 ਰੁੱਤਾਂ ਆਮ ਕਰਕੇ ਮੰਨੀਆਂ ਜਾਂਦੀਆਂ ਨੇ। ਪਰ ਉਹ ਰੁੱਤਾਂ, ਇੱਕ ਰੁੱਤ 2 ਮਹੀਨੇ ਦੀ ਹੈ। 6 ਰੁੱਤਾਂ 6 ਦੂਣੀ 12 ਮਹੀਨਿਆਂ ਦਾ ਸਾਰਾ ਮੈਪ ਪੂਰਾ ਹੋ ਜਾਂਦਾ ਹੈ। ਔਰ ਉਹ ਰੁੱਤਾਂ ਜਿਸ ਤਰ੍ਹਾਂ ਬਦਲਦੀਆਂ ਰਹਿੰਦੀਆਂ ਨੇ, ਮਹੀਨੇ ਬਦਲਦੇ ਨੇ, ਤੇ ਰੁੱਤਾਂ ਦੇ ਅਨੁਸਾਰ ਹੀ ਮਹੀਨਿਆਂ ਦਾ ਜੋ ਬਾਹਰੀ ਤੌਰ 'ਤੇ ਵਾਤਾਵਰਨ ਉਹ ਵੀ ਚੇਂਜ ਹੁੰਦਾ ਰਹਿੰਦਾ ਹੈ। ਪਰ ਸਤਿਗੁਰ ਨੇ ਉਸੇ ਮਹੀਨੇ ਦਾ ਨਾਮ ਵਰਤ ਕੇ ਜਿੱਦਾਂ ਦਾ ਬਾਹਰ ਮਾਹੌਲ ਚੱਲਦਾ ਹੈ, ਬਾਹਰ ਵਾਤਾਵਰਨ ਹੈ, ਉਸ ਦਾ ਪ੍ਰਤੀਕ ਲੈਂਦਿਆਂ ਹੋਇਆਂ ਸਤਿਗੁਰ ਨੇ ਸਾਨੂੰ ਕੁਝ ਅੰਦਰ ਵਾਲੇ ਪਾਸੇ ਝਾਤ ਮਰਾਉਣ ਵਾਸਤੇ ਸਤਿਗੁਰ ਨੇ ਬਾਣੀ ਅੰਦਰ ਸ਼ਬਦ ਸਾਂਝੇ ਕੀਤੇ ਨੇ। ਸਾਡੇ ਅੰਦਰ ਵੀ 12ਵਾਂ ਵਰਤਦਾ ਹੈ। ਪਰ ਅੰਦਰਲੇ 12ਵਾਂ ਬਾਹਰ ਤਾਂ ਸੂਰਜ ਦੇ ਅਕੋਰਡਿੰਗ ਇਹ ਸੂਰਜ ਦੇ ਅਨੁਸਾਰ ਬਦਲਦਾ ਹੀ ਰਹਿਣਾ ਹੈ। ਜਿਵੇਂ ਜਿਵੇਂ ਧਰਤੀ ਸੂਰਜ ਦੇ ਨੇੜੇ ਹੁੰਦੀ ਹੈ, ਉਵੇਂ ਉਵੇਂ ਗਰਮੀ ਵੱਧਦੀ ਹੈ। ਜਿਵੇਂ ਜਿਵੇਂ ਸੂਰਜ ਤੋਂ ਦੂਰੀ ਬਣਦੀ ਹੈ, ਉਵੇਂ ਉਵੇਂ ਸਰਦੀ ਵੱਧਦੀ ਹੈ। ਪਰ ਜਿਹੜਾ ਅੰਦਰਲਾ ਹੈ, ਜਿਵੇਂ ਜਿਵੇਂ ਅਸੀਂ ਅੰਦਰੋਂ ਰੱਬ ਤੋਂ, ਸੱਚ ਤੋਂ ਟੁੱਟਦੇ ਹਾਂ, ਤੇ ਸਾਡੇ ਜੀਵਨ ਅੰਦਰ ਵੀ ਰੁੱਤਾਂ ਬਦਲਦੀਆਂ ਨੇ। ਪਰ ਸਤਿਗੁਰੂ ਬਾਣੀ ਵਿੱਚ ਇਹ ਵੀ ਕਹਿ ਦਿੰਦੇ ਆ, ਬਾਹਰ ਇੱਦਾਂ ਵੀ ਹੋ ਸਕਦਾ ਬਸੰਤ ਰੁੱਤ ਹੋਵੇ, ਪਰ ਬੰਦਿਆਂ ਅੰਦਰ ਅਜੇ ਪੱਤ ਝਾੜੀ ਚੱਲ ਰਹੀ ਹੋਵੇ, ਅੰਦਰ ਕੋਈ ਖੇੜਾ ਨਾ ਹੋਵੇ। ਵੀ ਬਾਹਰੀ ਤੌਰ 'ਤੇ ਤਾਂ ਬਸੰਤ ਹੈ, ਪਰ ਅੰਦਰ ਤੇਰੇ ਅੰਦਰ ਕੋਈ ਵਿਗਾਸ, ਕੋਈ ਖੇੜਾ ਨਾ ਹੋਵੇ। ਪਰ ਸਤਿਗੁਰੂ ਨੇ ਬਾਣੀ ਦੇ ਅੰਦਰ ਇੱਦਾਂ ਦੇ ਬੜੇ ਬਚਨ ਸਾਂਝੇ ਕੀਤੇ ਨੇ। ਗੱਲ ਮੈਂ ਕਰ ਰਿਹਾ ਕਿ ਸਤਿਗੁਰੂ ਨੇ ਮਹੀਨਿਆਂ ਦਾ ਨਾਮ ਵਰਤਿਆ, ਪ੍ਰਤੀਕ ਵਰਤਿਆ ਹੈ। ਜਿੱਦਾਂ ਦੀ ਬਾਹਰ ਰੁੱਤ ਚੱਲਦੀ ਹੈ, ਜਿੱਦਾਂ ਦਾ ਮੌਸਮ ਹੈ, ਉਸ ਅਨੁਸਾਰ ਸਤਿਗੁਰੂ ਨੇ ਸ਼ਬਦ ਵਰਤ ਕੇ ਸਾਨੂੰ ਅੰਦਰ ਵਾਲੇ ਪਾਸੇ ਕੋ ਸੋਝੀ ਦਿੱਤੀ ਹੈ। ਅੱਜ 6ਵੇਂ ਮਹੀਨੇ ਦੀ, ਦੇਸੀ ਮਹੀਨਿਆਂ ਦੇ ਵਿੱਚ 6ਵੇਂ ਮਹੀਨੇ ਦੀ ਆਰੰਭਤਾ ਹੁੰਦੀ ਹੈ। ਔਰ 7 ਨੰਬਰ ਪਦਾ ਹੈ ਇਹ 12ਵਾਂ ਬਾਣੀ ਦਾ, ਜੋ ਗੁਰੂ ਅਰਜਨ ਸਾਹਿਬ ਵੱਲੋਂ ਉਚਾਰਨ ਕੀਤੀ ਗਈ ਹੈ। 7 ਨੰਬਰ ਪਦਾ ਹੈ, ਕਿਉਂਕਿ ਟੋਟਲ 14 ਪਦੇ ਨੇ, 14 ਪੌੜੀਆਂ ਕਹਿ ਲਈਏ, 14 ਪੌੜੀਆਂ ਨੇ। ਪਰ ਇਹ 7 ਨੰਬਰ ਪੌੜੀ ਜਿਹੜੀ ਇਹ ਭਾਦੋ ਮਹੀਨੇ ਦੇ ਪ੍ਰਥਾਏ ਸਤਿਗੁਰ ਨੇ ਉਚਾਰਨ ਕੀਤੀ ਹੈ। ਸਤਿਗੁਰ ਨੇ ਬਚਨ ਸਾਂਝੇ ਕੀਤੇ ਨੇ, ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ। ਸਾਹਿਬ ਜੀ ਕਹਿਣ ਲੱਗੇ ਭਾਦੋਏ ਦੇ ਵੈਸੇ ਵਿਦਵਾਨਾਂ ਨੇ ਸ਼ਬਦੀ ਅਰਥ ਕਰਦੇ ਇੱਦਾਂ ਵੀ ਆਖਿਆ, ਜਿੱਥੇ ਭਾ ਦੋ ਹੋ ਜਾਣ, ਭਾ ਦੋਏ ਭਾਵ ਦੋ ਪਿਆਰ ਹੋ ਜਾਣ, ਪਿਆਰ ਜਿਹੜਾ ਡਿਵਾਈਡ ਹੋ ਜਾਵੇ, ਵੰਡਿਆ ਜਾਵੇ, ਵੀ ਪਿਆਰ ਜਿੱਥੇ ਵੰਡਿਆ ਗਿਆ। ਭਾ ਦੋਏ ਭਰਮ ਭੁਲਾਣੀਆਂ, ਸਾਹਿਬ ਜੀ ਕਹਿਣ ਲੱਗੇ ਇਹ ਭਾਦੋ ਦਾ ਮਹੀਨਾ ਹੈ। ਤੇ ਪ੍ਰਤੀਕ ਵਰਤਿਆਂ ਸਾਹਿਬ ਜੀ ਕਹਿਣ ਲੱਗੇ ਭਾਦੋਏ ਭਰਮ ਭੁਲਾਣੀਆਂ, ਭਰਮ ਵਿੱਚ ਜੀਵ ਭੁੱਲ ਗਿਆ। ਭਰਮ ਦਾ ਅਰਥ ਹੈ ਵੀ ਯਥਾਰਥ ਤੋਂ ਉਲਟ, ਸੱਚ ਤੋਂ ਉਲਟ ਹੋ ਕੇ ਜੋ ਜੀਵਨ ਅੰਦਰ ਬੰਦਾ ਮਨ ਬੈਠਦਾ ਹੈ, ਉਹ ਭਰਮ ਹੈ। ਵੀ ਭਰਮ ਹੈ ਵੀ ਜਿਹੜੀ ਚੀਜ਼ ਹੋਵੇ ਨਾ, ਜਿਸ ਨੂੰ ਬਾਣੀ ਨੇ ਇੱਦਾਂ ਵੀ ਆਖਿਆ, ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਆ ਹੋਏ ਨਾ ਤੈਸਾ। ਵੀ ਭਰਮ ਦੀ ਇਹ ਪਰਿਭਾਸ਼ਾ ਬਾਬਾ ਰਵਿਦਾਸ ਮਹਾਰਾਜ ਜੀ ਨੇ ਸਾਂਝੀ ਕੀਤੀ ਵੀ ਭਰਮ ਕੀ ਹੁੰਦਾ ਹੈ। ਵੀ ਮਾਧਵੇ ਕਿਆ ਕਹੀਏ ਭਰਮ ਐਸਾ, ਭਰਮ ਉਹ ਹੈ ਜੈਸਾ ਮਾਨੀਆ ਹੋਏ ਨਾ ਤੈਸਾ, ਵੀ ਜਿੰਦਾ ਦਾ ਮੈਂ ਮਨ ਬੈਠਦਾ ਵੀ ਉਹ ਹੁੰਦਾ ਨਹੀਂ, ਵੀ ਉਹਨੂੰ ਭਰਮ ਕਹਿੰਦੇ ਨੇ, ਪਰ ਮੈਂ ਮੰਨ ਲਿਆ ਹੁੰਦਾ। ਅਸੀਂ ਮੰਨ ਲੈਂਦੇ ਹਾਂ। ਜਿਵੇਂ ਸਤਿਗੁਰੂ ਨੇ ਐਗਜ਼ਾਮਪਲਾਂ, ਉਦਾਹਰਨਾਂ ਇੱਕ ਮਨੁੱਖ ਨੂੰ ਸਮਝਾਉਣ ਲਈ ਜਾਨਵਰਾਂ ਦੀਆਂ, ਪਸ਼ੂਆਂ ਦੀਆਂ ਵੀ ਸਤਿਗੁਰੂ ਨੇ ਬਾਣੀ ਵਿੱਚ ਲਈਆਂ, ਪੰਛੀਆਂ ਦੀਆਂ ਵੀ ਲਈਆਂ ਨੇ।
ਹੁਣ ਭਰਮ ਦਾ ਜ਼ਿਕਰ ਕਰਦਿਆਂ ਸਤਿਗੁਰ ਨੇ ਇਹ ਬਚਨ ਵੀ ਸਾਂਝੇ ਕੀਤੇ, ਸਿੰਬਲ ਰੁੱਖ ਸਰੀਰ ਮੈਂ ਮੈਜਣ ਦੇਖ ਭੁਲਨ। ਵੀ ਸਿੰਬਲ ਦਾ ਦਰਖਤ ਹੈ ਤੇ ਉਹਨੂੰ ਮੈਜਨ ਭਾਵ ਤੋਤੇ ਵੇਖ ਕੇ ਭੁੱਲ ਜਾਂਦੇ ਨੇ ਕਿ ਉੱਥੋਂ ਕੁਝ ਖਾਣ ਨੂੰ ਮਿਲੇਗਾ। ਜਿਵੇਂ ਸਤਿਗੁਰ ਨੇ ਵੀ ਬਚਨ ਆਖੇ, ਸਿੰਬਲ ਰੁੱਖ ਸਰਾਏ ਰਾਤ ਦੀਰਘ ਅਤ ਮੁੱਚ, ਉਹ ਜਿਵੇਂ ਆਸ ਕਰ ਜਾਹੇ ਨਰਾਸੇ ਕਿਤ। ਹੁਣ ਪੰਛੀ ਆਸ ਰੱਖ ਕੇ ਜਾਂਦੇ ਨੇ ਵੀ ਉੱਥੋਂ ਕੁਝ ਪ੍ਰਾਪਤੀ ਹੋਵੇਗੀ, ਸਿੰਬਲ ਦੇ ਦਰਖਤ ਤੇ ਜਾਂਦੇ ਆ। ਪਰ ਸਤਿਗੁਰ ਕਹਿਣ ਲੱਗੇ, ਫਲ ਫਿੱਕੇ ਫੁੱਲ ਬਕ ਬਕ ਕੇ ਕੰਮ ਨਾ ਆਵੈ ਪਤ। ਪਰ ਉਹਨਾਂ ਦੇ ਨਾ ਤਾਂ ਫੁੱਲ ਕੰਮ ਦੇ ਆਉਂਦੇ ਨੇ, ਨਾ ਫਲ ਤੇ ਨਾ ਪੱਤੇ। ਪਰ ਭਰਮ ਸੀ ਜਾਨਵਰਾਂ ਨੂੰ, ਉਹਨਾਂ ਪਰਿੰਦਿਆਂ ਨੂੰ ਵੀ, ਉਹਨਾਂ ਪੰਛੀਆਂ ਨੂੰ ਵੀ ਸਾਨੂੰ ਕੁਝ ਪ੍ਰਾਪਤੀ ਹੋਵੇਗੀ। ਇਸੇ ਗੱਲ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਸਿੰਬਲ ਰੁੱਖ ਸਰੀਰ ਮੈਂ ਮੈਜਣ ਦੇਖ ਭੁਲਨ। ਮੈਜਣ ਤੋਤੇ ਵੇਖ ਕੇ ਭੁੱਲ ਗਏ ਵੀ ਸਾਨੂੰ ਕੁਝ ਪ੍ਰਾਪਤੀ ਹੋਵੇਗੀ। ਸਤਿਗੁਰ ਨੇ ਆਖਿਆ ਵੀ ਇਹ ਭਰਮ ਹੈ। ਜਿਵੇਂ ਸਤਿਗੁਰ ਨੇ ਬਾਣੀ ਅੰਦਰ ਇਹ ਵੀ ਬਚਨ ਆਖੇ, ਹਿਰਨ ਨੂੰ ਇੱਕ ਭਰਮ ਹੈ, ਜਦੋਂ ਸੂਰਜ ਦੀਆਂ ਕਿਰਨਾਂ ਜਦੋਂ ਰੇਤਾਂ ਤੇ ਪੈਂਦੀਆਂ ਨੇ, ਰੇਤਾਂ ਤੇ ਪੈਂਦੀਆਂ ਤੇ ਉਹ ਲਿਸ਼ਕਦਾ, ਰੇਤਾ ਲਿਸ਼ਕਦੀ ਤੇ ਹਿਰਨ ਨੂੰ ਇੱਦਾਂ ਲੱਗਦਾ ਵੀ ਉਹਨੂੰ ਪਿਆਸ ਲੱਗੀ ਹੁੰਦੀ, ਵੀ ਇੱਦਾਂ ਲੱਗਦਾ ਜਿਵੇਂ ਸਾਹਮਣੇ ਪਾਣੀ ਹੈ, ਪਰ ਪਾਣੀ ਹੁੰਦਾ ਨਹੀਂ ਹੈ। ਵੀ ਪਾਣੀ ਹੈ ਨਹੀਂ, ਪਰ ਸਾਹਮਣੇ ਉਸ ਨੂੰ ਇੱਦਾਂ ਦਿਖਾਈ ਦਿੰਦਾ, ਇੱਦਾਂ ਪ੍ਰਤੀਤ ਹੁੰਦਾ ਹੈ ਵੀ ਜਿੱਦਾਂ ਪਾਣੀ, ਪਰ ਸਾਹਿਬ ਕਹਿਣ ਲੱਗੇ ਪਾਣੀ ਹੁੰਦਾ ਨਹੀਂ ਹੈ। ਉਹਨੂੰ ਮ੍ਰਿਗ ਤ੍ਰਿਸ਼ਨਾ ਵੀ ਆਖਿਆ ਗਿਆ, ਹਿਰਨ ਦੀ ਤ੍ਰਿਸ਼ਨਾ। ਵੀ ਹੁਣ ਹਿਰਨ ਦਾ ਇੱਕ ਭਰਮ ਸੀ। ਪਰ ਸਤਿਗੁਰ ਨੇ ਬਾਣੀ ਅੰਦਰ ਇੱਦਾਂ ਦੇ ਬੜੇ ਬਚਨ ਸਾਂਝੇ ਕੀਤੇ ਆ। ਪਰ ਸਤਿਗੁਰ ਨੇ ਬਚਨ ਇੱਥੇ ਆ ਕੇ ਕਹਿਣ ਲੱਗੇ, ਭਾ ਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ। ਭਰਮ ਵਿੱਚ ਪੈ ਕੇ ਕਹਿਣ ਲੱਗੇ ਜੀਵ ਇਸਤਰੀ, ਇਹ ਜੀਵ ਭੁੱਲ ਗਿਆ। ਭੁਲਾਣੀਆਂ ਭੁੱਲ ਗਿਆ, ਕਹਿਣ ਲੱਗੇ ਵੀ ਭੁਲਾਣੇ ਵਿੱਚ ਪੈ ਗਿਆ, ਭਰਮ ਵਿੱਚ ਪੈ ਕੇ, ਭਟਕਣਾ ਵਿੱਚ ਪੈ ਕੇ ਸਤਿਗੁਰੂ ਜੀ ਕਹਿਣ ਲੱਗੇ ਇਹ ਜੀਵਨ ਦੇ ਰਸਤੇ ਤੋਂ ਖੁੰਝ ਗਈ ਜੀਵ ਇਸਤਰੀ। ਭਾਦੋਏ ਭਰਮ ਭੁਲਾਣੀਆਂ ਤੇ ਹੋਇਆ ਕਿ ਦੂਜਾ ਲੱਗਾ ਹੇਤ। ਇਹਦਾ ਹੇਤ, ਇਹਦਾ ਪਿਆਰ ਦੂਜੀ ਥਾਂ ਤੇ ਜਾ ਕੇ ਲੱਗ ਗਿਆ। ਇੱਕ ਰੱਬ ਨੂੰ ਛੱਡ ਕੇ ਸਾਹਿਬ ਜੀ ਕਹਿਣ ਲੱਗੇ ਭਰਮ ਵਿੱਚ ਪੈਣ ਕਰਕੇ ਇਸ ਜੀਵ ਦਾ ਪਿਆਰ ਦੂਜੀ ਥਾਂ ਤੇ ਜਾ ਕੇ ਲੱਗ ਗਿਆ। ਭਾਦੋਏ ਭਰਮ ਭੁਲਾਣੀਆਂ, ਭਰਮ ਸੀ ਤੇ ਸਾਹਿਬ ਜੀ ਕਹਿਣ ਲੱਗੇ ਭਰਮ ਦੇ ਕਾਰਨ ਹੇਤ ਪਿਆਰ ਜਿਹੜਾ ਸੀ ਇੱਕ ਅਕਾਲ ਪੁਰਖ ਜੀ ਨਾਲ ਨਾ ਰਿਹਾ, ਦੂਜੀ ਥਾਂ ਤੇ ਲੱਗ ਗਿਆ ਜਾ। ਤੇ ਸਤਿਗੁਰੂ ਨੇ ਵੀ ਬਾਣੀ ਅੰਦਰ ਇਹ ਬਚਨ ਆਖੇ, ਜਿਤਨਾ ਸਮਾਂ ਜੀਵਨ ਦੇ ਅੰਦਰ ਭਰਮ ਰਹਿੰਦਾ ਹੈ, ਉਤਨਾ ਸਮਾਂ ਜੀਵਨ ਦੇ ਅੰਦਰ ਇਹ ਡਾਵਾਂ ਡੋਲ ਜਿਹੜਾ ਜੀਵਨ ਦੀ ਅਵਸਥਾ ਇਹ ਬਣੀ ਰਹਿੰਦੀ ਹੈ। ਸਾਹਿਬ ਦੇ ਬਚਨ ਨੇ, ਡੀਗਣ ਡੋਲਾ ਤਉ ਲੋ ਜੋ ਮਨ ਕੇ ਭਰਮਾ। ਵੀ ਉਤਨਾ ਸਮਾਂ ਡਿਗਣ ਡੋਲਾ ਹੈ, ਬੰਦਾ ਡੋਲਦਾ ਰਹਿੰਦਾ ਹੈ, ਥਾਂ ਥਾਂ ਦੀ ਮੁਤਾਜੀ ਹੈ, ਵਿਕਾਰਾਂ ਦੇ ਅਧੀਨ ਜੀਵਨ ਨੂੰ ਜਿਉਂਦਾ ਰਹਿੰਦਾ ਹੈ। ਡਿਗਣ ਡੋਲਾ ਤਉ ਲੋ ਜੋ ਮਨ ਕੇ ਭਰਮਾ, ਭਰਮ ਕਾਟੇ ਗੁਰ ਆਪਣੇ ਪਾਏ ਵਿਸ਼ਰਾਮਾ। ਸਾਹਿਬ ਜੀ ਕਹਿਣ ਲੱਗੇ ਗੁਰੂ ਨੇ ਭਰਮ ਕੱਟ ਦਿੱਤਾ ਹੈ ਤੇ ਬੰਦਾ ਟਿਕਾਣਾ ਭਾਵ ਅੰਤਰ ਆਤਮੇ ਟਿਕ ਜਾਂਦਾ ਹੈ। ਪਰ ਸਤਿਗੁਰ ਨੇ ਇਹ ਬਚਨ ਬਾਣੀ ਅੰਦਰ ਕਈ ਥਾਵਾਂ ਤੇ ਸਾਂਝੇ ਕੀਤੇ ਨੇ। ਇੱਕ ਜਗ੍ਹਾ ਤੇ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਬਚਨ ਆਖੇ, ਸੋ ਸਤਿਗੁਰੂ ਵਾਹ ਵਾਹ ਜਿਨ ਭਰਮਗੜ ਤੋੜਿਆ, ਸੋ ਸਤਿਗੁਰੂ ਵਾਹ ਵਾਹ ਜਿਨ ਹਰਸਿਓ ਜੋੜਿਆ। ਵੀ ਗੁਰੂ ਨੂੰ ਮੈਂ ਵਾਹ ਕਹਿਣਾ, ਕੁਰਬਾਨ ਹਾਂ ਮੈਂ ਗੁਰੂ ਤੋਂ, ਜਿਨੇ ਮੇਰੇ ਭਰਮ ਦਾ ਕਿਲਾ ਤੋੜ ਦਿੱਤਾ ਹੈ। ਤੇ ਭਰਮ ਤੋੜਨ ਤੋਂ ਬਾਅਦ, ਭਰਮ ਦਾ ਕਿਲਾ ਤੋੜਨ ਤੋਂ ਬਾਅਦ ਕਿਲਾ ਭਾਵ ਮਜ਼ਬੂਤ ਬਣਾਇਆ ਜਾਂਦਾ ਹੈ। ਕਹਿਣ ਲੱਗੇ ਭਰਮ ਦਾ ਕਿਲਾ ਇੰਨਾ ਮਜ਼ਬੂਤ ਸੀ ਕਿ ਗੁਰੂ ਨੇ ਇਸ ਮਜ਼ਬੂਤ ਕਿਲੇ ਨੂੰ ਤੋੜ ਦਿੱਤਾ ਹੈ। ਤੇ ਕਹਿਣ ਲੱਗੇ ਸਾਹਿਬ ਜੀ ਕਹਿਣ ਲੱਗੇ, ਸੋ ਸਤਿਗੁਰੂ ਵਾਹ ਵਾਹ ਜਿਨ ਹਾਸਿਓ ਜੋੜਿਆ। ਗੁਰੂ ਵਾਹ, ਗੁਰੂ ਨੂੰ ਗੁਰੂ ਤੋਂ ਕੁਰਬਾਨ ਕਹਿਣ ਲੱਗੇ ਜਿਨੇ ਮੈਨੂੰ ਰੱਬ ਜੀ ਨਾਲ ਜੋੜ ਦਿੱਤਾ ਹੈ, ਰੱਬ ਨਾਲ ਜੋੜ ਦਿੱਤਾ ਹੈ। ਵੈਸੇ ਜਿਹੜਾ ਬੰਦਾ ਭਰਮ ਤੋੜਦਾ, ਵੀ ਕਈ ਵਾਰੀ ਬੰਦੇ ਨੂੰ ਭਰਮ ਤੋੜਨ ਵਾਲੇ ਤੇ ਖਿਝ ਵੀ ਚੜ੍ਹਦੀ ਹੈ, ਗੁੱਸਾ ਵੀ ਆਉਂਦਾ ਹੈ, ਪਰ ਇਹ ਭਰਮ ਦਾ ਕਿਲਾ ਏਡੀ ਛੇਤੀ ਟੁੱਟਦਾ ਵੀ ਨਹੀਂ। ਬੰਦੇ ਦੀ ਸਾਰੀ ਉਮਰ ਲੰਘ ਜਾਂਦੀ ਹੈ, ਬੰਦਾ ਜਿਸ ਥਾਂ ਤੇ ਜੁੜਿਆ ਬੰਦਾ ਉੱਥੇ ਜੁੜਿਆ, ਕਦੀ ਉਸ ਚੀਜ਼ ਨੂੰ ਵਿਚਾਰਨ ਦਾ ਯਤਨ ਨਹੀਂ ਕਰਦਾ। ਪਰ ਸਾਡੇ ਜੀਵਨ ਅੰਦਰ ਪਤਾ ਨਹੀਂ ਕਿੰਨੇ ਕੁ ਭਰਮ ਬਣ ਜਾਂਦੇ ਨੇ, ਕਿੰਨੇ ਕੁ ਭਰਮ ਬਣ ਜਾਂਦੇ। ਤੇ ਭਰਮ ਨਾਲ ਜੇ ਪਿਆਰ ਬਣ ਜਾਵੇ ਤੇ ਫਿਰ ਉਸ ਚੀਜ਼ ਨੂੰ ਛੱਡਣਾ ਬਹੁਤ ਮੁਸ਼ਕਲ ਹੋ ਜਾਂਦਾ। ਜੇ ਭਰਮ ਦੀ ਪੂਜਾ ਵਾਲੇ ਪਾਸੇ ਪਿਆਰ ਬਣ ਗਿਆ, ਜੇ ਭਰਮ ਵਾਲੇ ਪਾਸੇ ਪਿਆਰ ਬਣ ਗਿਆ, ਤੇ ਉਸ ਚੀਜ਼ ਨੂੰ ਛੱਡਣਾ ਵੀ ਬੜਾ ਮੁਸ਼ਕਲ ਹੋ ਜਾਂਦਾ।
ਇਹ ਵੀ ਇੱਕ ਉਦਾਹਰਨ ਦਿੱਤੀ ਜਾਂਦੀ ਨਾ ਆਮ ਕਰਕੇ। ਕਹਿੰਦੇ ਇੱਕ ਬੰਦਾ ਰਈਸ ਅਮੀਰ ਆਦਮੀ, ਉਹ ਜਿੱਥੋਂ ਲੰਘਦਾ ਨਾ ਜਿਸ ਰਾਤ ਉੱਥੇ ਇੱਕ ਕੰਗਾਲ ਮੰਗਤੇ ਨੂੰ ਬੈਠਾ ਦੇਖਦਾ ਹੈ। ਇੱਕ ਮੰਗਤਾ ਹੈ, ਕੰਗਾਲ ਹੈ। ਹੁਣ ਇਹ ਰਈਸ, ਇਹ ਅਮੀਰ ਆਦਮੀ, ਇਹਨੂੰ ਲੰਘਦਿਆਂ 25-30 ਸਾਲ ਹੋ ਗਏ ਆ, ਪਰ ਇਹਨੇ ਉਸ ਮੰਗਤੇ ਦੇ ਹੱਥ ਵਿੱਚ ਠੂਠਾ ਹੀ ਵੇਖਿਆ, ਉਹਨੂੰ ਮੰਗਦਿਆਂ ਹੀ ਵੇਖਿਆ। ਇਹਦੇ ਮਨ ਵਿੱਚ ਦਇਆ ਆਈ, ਤਰਸ ਆਇਆ ਵੀ ਇਹ ਬੰਦਾ ਸਾਰੀ ਉਮਰ ਇੱਦਾਂ ਮੰਗਦਾ ਹੀ ਰਹੇਗਾ, ਇਹਦੇ ਹੱਥ ਵਿੱਚ ਠੂਠਾ ਰਹੇਗਾ, ਪਾਟੇ ਪੁਰਾਣੇ ਕੱਪੜੇ ਰਹਿਣਗੇ, ਲੀਰਾਂ ਹੀ ਰਹਿਣਗੀਆਂ। ਜਿੱਥੇ ਮੈਂ ਹੋਰ ਇਹਨਾਂ ਦਾਨ ਪੁੰਨ ਕਰਦਾ, ਇਹਨਾਂ ਹੋਰ ਲੋਕਾਂ ਦੀ ਹੈਲਪ ਕਰਦਾ, ਕਿੰਨਾ ਚੰਗਾ ਹੋਵੇ ਵੀ ਇਹਦੀ ਵੀ ਕੁਝ ਹੈਲਪ ਕੀਤੀ ਜਾਵੇ। ਉਹ ਮੰਗਤੇ ਕੋਲ ਜਾਂਦਾ ਤੇ ਉਹਨੂੰ ਜਾ ਕੇ ਕਹਿੰਦਾ ਵੀ ਭਰਾਵਾ ਮੈਂ ਤੇਰੀ ਗਰੀਬੀ ਧੋ ਦਿਆਂਗਾ, ਵੀ ਤੇਰੀ ਮੈਂ ਗਰੀਬੀ ਧੋ ਦਿਆਂਗਾ, ਵੀ ਤੂੰ ਆਹ ਸਭ ਕੁਝ ਛੱਡ ਦੇ, ਤੈਨੂੰ ਮੈਂ ਬਹੁਤ ਕੁਝ ਦੇਣਾ। ਉਹਨੇ ਬਹੁਤ ਕੁਝ ਉਹਨੂੰ ਦਾਨ ਪੁੰਨ ਵਿੱਚ ਦਿੱਤਾ, ਬਹੁਤ ਕੁਝ ਉਹਨੂੰ ਪੈਸੇ ਦਿੱਤੇ, ਉਹਨੂੰ ਚੰਗੇ ਕੱਪੜੇ ਦਿੱਤੇ, ਸਾਰਾ ਕੁਝ ਦਿੱਤਾ। ਸਾਰਾ ਕੁਝ ਦੇਣ ਤੋਂ ਬਾਅਦ ਕਹਿਣ ਲੱਗੇ ਉਹਨੇ ਕੱਪੜੇ ਬਦਲ ਵੀ ਲਏ, ਪਰ ਜਿਹੜੇ ਪੁਰਾਣੇ ਕੱਪੜੇ ਸੀ, ਠੂਠਾ ਸੀ, ਉਹਨੂੰ ਫਿਰ ਹੱਥ ਵਿੱਚ ਫੜ ਲਿਆ। ਉਹ ਅਮੀਰ ਆਦਮੀ ਕਹਿਣ ਲੱਗਾ ਭਲਾ ਵੀ ਇਸ ਚੀਜ਼ ਨੂੰ ਛੱਡ ਦੇ, ਵੀ ਇਹਨੂੰ ਕਿਉਂ ਹੁਣ ਆਪਣੇ ਹੱਥ ਵਿੱਚ ਫੜ ਲਿਆ, ਮੈਨੂੰ ਸੁੱਟ ਦੇ। ਉਹ ਕਹਿੰਦਾ ਨਹੀਂ ਵੀ ਮੈਂ ਅੱਗੇ ਜਾ ਕੇ ਸੁੱਟ ਦਿਆਂਗਾ। ਉਹ ਅਮੀਰ ਦੇਖਦਾ ਰਿਹਾ ਵੀ ਉਹ ਮੰਗਤਾ ਮੰਗਣ ਵਾਲਾ ਜਿਹੜਾ ਬੜਾ ਲੰਮੇ ਸਮੇਂ ਤੋਂ ਮੰਗ ਰਿਹਾ ਸੀ, ਉਹਦੀ ਕੰਗਾਲੀ ਧੋ ਦਿੱਤੀ ਉਸ ਅਮੀਰ ਨੇ। ਪਰ ਉਸ ਅਮੀਰ ਦਾ ਉਹਨਾਂ ਫਟੀਆਂ ਪੁਰਾਣੀਆਂ ਚੀਜ਼ਾਂ ਤੇ ਉਸ ਲੋਟੇ ਦੇ ਨਾਲ, ਉਸ ਖੱਪਰ ਦੇ ਨਾਲ ਇੰਨਾ ਪਿਆਰ ਬਣ ਚੁੱਕਾ ਸੀ, ਉਹਨੂੰ ਛੱਡਣ ਵਾਸਤੇ ਤਿਆਰ ਨਹੀਂ ਸੀ। ਉਹ ਅਮੀਰ ਵੇਂਦਾ ਰਿਹਾ ਵੀ ਲੰਮਾ ਰਸਤਾ, ਪਰ ਉਸ ਜਿਹੜੇ ਮੰਗਤੇ ਨੇ ਵੀ ਉਹ ਹੱਥ ਵਿੱਚ ਠੂਠਾ ਤੇ ਉਹ ਕੱਪੜੇ ਨਹੀਂ ਛੱਡੇ, ਉਹ ਛੱਡੇ ਨਹੀਂ। ਹਾਲਾਂਕਿ ਉਹ ਅਮੀਰ ਵੀ ਹੋਣਾ ਚਾਹੁੰਦਾ, ਅਮੀਰੀ ਮਿਲ ਵੀ ਗਈ ਹੈ, ਪਰ ਫਿਰ ਵੀ ਉਹ ਚੀਜ਼ਾਂ ਆਪਣੀਆਂ ਉਹਨੂੰ ਛੱਡਣਾ ਨਹੀਂ ਚਾਹੁੰਦਾ। ਉਹਨੂੰ ਲੱਗਦਾ ਵੀ ਇਹ ਚੀਜ਼ ਮੇਰੇ ਹੱਥੋਂ ਲੋਟਾ ਚਲਾ ਗਿਆ, ਇਹ ਫਟੇ ਪੁਰਾਣੇ ਕੱਪੜੇ, ਪੁਰਾਣੀਆਂ ਵਸਤੂਆਂ ਚਲੀਆਂ ਗਈਆਂ, ਤੇ ਪਤਾ ਨਹੀਂ ਮੇਰੇ ਹੱਥੋਂ ਕੀ ਕੁਝ ਗਵਾਚ ਜਾਣਾ, ਪਤਾ ਨਹੀਂ ਕੀ ਕੁਝ ਗਵਾਚ ਜਾਣਾ। ਉਸ ਨੂੰ ਭਰਮ ਪੈ ਗਿਆ ਸੀ ਵੀ ਉਹਦੇ ਨਾਲ ਰਹਿਣ ਕਰਕੇ ਉਹ ਚੀਜ਼ਾਂ ਉਹਦੇ ਨਾਲ ਲੰਮਾ ਸਮਾਂ 20-25 ਸਾਲ ਉਹਨਾਂ ਦੇ ਨਾਲ ਕੱਟਦਾ, ਤੇ ਇੱਕ ਪਿਆਰ, ਇੱਕ ਮੁਹੱਬਤ ਬਣ ਗਈ, ਉਹਦਾ ਉਹਨੂੰ ਛੱਡਣ ਨੂੰ ਜੀਅ ਨਹੀਂ ਕਰਦਾ। ਇਹ ਇੱਕ ਉਦਾਹਰਨ, ਇਹ ਕਹਾਣੀ ਨਹੀਂ ਹੈ, ਇਹ ਸਾਡੇ ਜੀਵਨ ਤੇ ਵੀ ਟੁਕਦੀ ਹੈ। ਗੁਰੂ ਸਾਡੇ ਜੀਵਨ ਦੀ ਕੰਗਾਲੀ ਧੋਣਾ ਚਾਹੁੰਦਾ ਹੈ, ਗੁਰੂ ਸਾਡੇ ਜੀਵਨ ਦੇ ਅੰਦਰੋਂ ਕੰਗਾਲੀ ਧੋਣਾ ਚਾਹੁੰਦਾ। ਗੁਰੂ ਕਹਿੰਦਾ ਵੀ ਇਹ ਜਿਹੜਾ ਠੂਠਾ ਹੱਥ 'ਚ ਫੜ ਕੇ ਥਾਂ ਥਾਂ ਤੇ ਮੰਗਦਾ ਹੈ ਨਾ ਸਿੱਖਾ, ਗੁਰੂ ਨੇ ਇਹ ਸਾਡੇ ਹੱਥ ਵਿੱਚੋਂ ਛਡਾ ਦਿੱਤਾ। ਆਖ ਦਿੱਤਾ ਸਭਨਾ ਜੀਆਂ ਕਾ ਇੱਕ ਦਾਤਾ, ਤੇਰੇ ਜੀਵਨ ਦਾ ਦਾਤਾ ਇੱਕ ਹੈ, ਤੂੰ ਥਾਂ ਥਾਂ ਦਾ ਮੰਗਤਾ ਨਹੀਂ ਹੈ। ਪਰ ਸਾਨੂੰ ਕਈ ਵਾਰੀ ਭਰਮ ਇਸ ਤਰ੍ਹਾਂ ਦਾ ਪੈ ਜਾਂਦਾ, ਜਿਵੇਂ ਉਸ ਮੰਗਤੇ ਨੂੰ ਭਰਮ ਪੈ ਗਿਆ ਵੀ ਇਹ ਚੀਜ਼ਾਂ ਛੱਡ ਦਿੱਤੀਆਂ ਤੇ ਮੇਰੇ ਜੀਵਨ ਵਿੱਚ ਇੱਦਾਂ ਲੱਗਦਾ ਵੀ ਬਹੁਤ ਕੁਝ ਚਲਾ ਜਾਣਾ। ਸਾਨੂੰ ਵੀ ਲੱਗਦਾ ਵੀ ਜੇ ਅਸੀਂ ਆਪਣੀ ਥਾਂ ਥਾਂ ਦੀ ਪੂਜਾ ਛੱਡ ਦਿੱਤੀ ਵੀ ਸਾਡੇ ਤੋਂ ਪਤਾ ਨਹੀਂ ਕੀ ਕੁਝ ਗਵਾ ਜਾਣਾ। ਪਰ ਗੁਰੂ ਨੇ ਸਾਡੇ ਇਹਨਾਂ ਭਰਮਾਂ ਨੂੰ, ਇਹਨਾਂ ਭਰਮਾਂ ਦੇ ਕਿਲਿਆਂ ਨੂੰ ਜਿਹੜੇ ਮਜ਼ਬੂਤ ਬਣੇ ਸੀ, ਸਤਿਗੁਰ ਨੇ ਬਾਣੀ ਦਰ ਬਚਨ ਆਖੇ, ਸੋ ਸਤਿਗੁਰ ਵਾਹ ਵਾਹ ਜਿਨ ਭਰਮ ਗੜ ਤੋੜਿਆ, ਸੋ ਸਤਿਗੁਰ ਵਾਹ ਵਾਹ ਜਿਨ ਹਰਿ ਸਿਉ ਜੋੜਿਆ। ਗੁਰੂ ਨੂੰ ਵਾਹ ਵਾਹ ਕੁਰਬਾਨ ਕਿਉਂ ਹਾਂ ਗੁਰੂ ਤੋਂ, ਕਿਉਂਕਿ ਗੁਰੂ ਨੇ ਮੈਨੂੰ ਰੱਬ ਨਾਲ ਜੋੜਿਆ, ਮੈਨੂੰ ਰੱਬ ਦੇ ਨਾਲ, ਇੱਕ ਰੱਬ ਜੀ ਦੇ ਨਾਲ। ਤਾਂ ਹੀ ਸਤਿਗੁਰ ਦੀ ਬਾਣੀ ਦੇ ਬਚਨ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਂਝੇ ਕੀਤੇ, ਸਤਿਗੁਰ ਵਿਟੋਂ ਵਾਰਿਆ ਜਿਤ ਮਿਲਿਆ, ਖਸਮ ਸੰਭਾਲਿਆ ਜਿਨ ਕਰ ਉਪਦੇਸ਼, ਗਿਆਨ ਅੰਜਨ ਦੀਆ, ਇਨੀ ਨੇਤਰੀ ਜਗਤ ਨਿਹਾਲਿਆ। ਉੱਥੇ ਵੀ ਬਚਨ ਆਉਂਦੇ ਆ, ਖਸਮ ਛੋੜ ਦੂਜਾ ਲੱਗੇ, ਭਾਦੋਏ ਭਰਮ ਭਲਾਣੀਆਂ ਦੂਜਾ ਲੱਗਾ ਏ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਕਹਿੰਦੇ ਆ, ਖਸਮ ਛੋੜ, ਜਿਹੜੇ ਰੱਬ ਖਸਮ ਨੂੰ ਛੱਡ ਕੇ ਦੂਜਾ ਲੱਗੇ, ਹੋਰ ਦੂਜੀਆਂ ਥਾਵਾਂ ਤੇ ਲੱਗ ਜਾਂਦੇ ਨੇ। ਸਤਿਗੁਰੂ ਜੀ ਕਹਿਣ ਲੱਗੇ, ਡੁੱਬੇ ਸੇ ਵਣ ਜਾ ਰਿਹਾ, ਉਹ ਵਣਜ ਕਰਨਾ ਹੈ, ਜੀਵ ਡੁੱਬ ਜਾਂਦੇ ਨੇ। ਉਹ ਵਕਾਰ ਔਗਣਾ ਭਰਮਾਂ ਦੇ ਵਿੱਚ ਹੀ ਜੀਵਨ ਨੂੰ ਗ੍ਰਸਤ ਕਰਕੇ ਇਹਨਾਂ ਵਿੱਚ ਹੀ ਸਦਾ ਹੀ ਡੁੱਬ ਜਾਂਦੇ ਨੇ, ਵੀ ਡੁੱਬੇ ਸੇਵਣ ਜਾ ਰਿਹਾ। ਉੱਥੇ ਤੱਕ ਅਸੀਂ ਸਤਿਗੁਰੂ ਹੈ ਬੋਹਿਤਾ। ਵੈਸੇ ਇਸ ਪਵਿੱਤਰ ਬਚਨ ਵਿੱਚ ਜਿਹੜਾ ਮੈਂ ਆਪ ਨਾਲ ਸਾਂਝਾ ਕਰ ਰਿਹਾ, ਭਾਦੋ ਦੇ ਮਹੀਨੇ ਦੇ ਪ੍ਰਥਾਏ ਜਿਹੜਾ ਸਤਿਗੁਰੂ ਨੇ ਸ਼ਬਦ ਉਚਾਰਿਆ, ਭਾਦੋ ਦੇ ਮਹੀਨੇ ਦਾ ਨਾਮ ਵਰਤ ਕੇ, ਇਸੇ ਵੀ ਸ਼ਬਦ ਦੇ ਅਖੀਰ ਤੇ ਜਾ ਕੇ ਸਤਿਗੁਰੂ ਨੇ ਚਰਨ ਬੋਹਿਤ ਪ੍ਰਭ ਦੇਤ ਦਾ ਜ਼ਿਕਰ ਸਾਂਝਾ ਕੀਤਾ। ਪਰ ਸਤਿਗੁਰੂ ਨੇ ਬਚਨ ਆਖਿਆ, ਸਤਿਗੁਰੂ ਹੈ ਬੋਹਿਥਾ ਵਿਰਲਾ ਕਿਨੇ ਵਿਚਾਰਿਆ। ਕਹਿਣ ਲੱਗੇ ਕਿਸੇ ਵਿਰਲੇ ਨੇ ਵਿਚਾਰਿਆ,
कर किरपा पार उतारिया। गुरु ने किरपा करके कहने लगे मैंने पार उतार दिता है। पर गल भी किसी विरले ने विचारा, सतगुरु है वो, सतगुरु का जहाज है, पर किसी विरले ने विचार के उस जहाज में सफ़र किया है। और सतगुरु ने अज भरम की गल करदे साहब कहन लगे भादोए भरम भुलाणियां दूजा लगा हेत, दूजी थां ते हेत लग गया, प्यार लग गया। और ये साडा हेत साडा प्यार पता नहीं किन्नियां थावां ते लगदा। असी भरम दे अधीन एक सिख खोण वाला भी जी थां थां की पूजा करदा, माफ करना इसे महीने के अंदर असी एक पासे बाबा शब्द, बाबा अजीत सिंह जी, बाबा जुझार सिंह जी, बाबा बंदा सिंह बहादुर, इन्हां महान गुरसिखां दे नाल लाउंदे हां, बाबा दीप सिंह का जिक्र करते हैं। तो दूजे पासे असी कई बारी यही बाबा शब्द आम सप्पां की पूजा करने वाले उन्होंने भी असी बाबा कह देने हैं। और ऐसे महीने दे विच ही, भादो के महीने विच ही हुंदी है। ਗਿਆਨੀ ਦਿੱਤ ਸਿੰਘ ਦੀ ਕਿਤਾਬ ਹੈ ਗੁੱਗਾ ਗਪੌੜਾ ਤੇ ਸੁਲਤਾਨ ਪੁਆੜਾ, ਸ਼੍ਰੋਮਣੀ ਕਮੇਟੀ ਵੱਲੋਂ ਛਪਦੀ ਹੈ ਜੀ। ਗਿਆਨੀ ਦਿੱਤ ਸਿੰਘ ਸਾਡੀ ਕੌਮ ਦੇ ਮਹਾਨ ਵਿਦਵਾਨ ਹੋਏ ਨੇ, ਤਤ ਬੇਤਾ ਗਿਆਨੀ ਸੀ। ਉਹਨਾਂ ਨੇ ਕਿਤਾਬ ਲਿਖ, ਕਿਤਾਬਾਂ ਤੋਂ ਹੋਰ ਵੀ ਉਹਨਾਂ ਨੇ ਲਿਖੀਆਂ ਨੇ, ਪਰ ਇੱਕ ਕਿਤਾਬ ਹੈ ਉਹਨਾਂ ਦੀ ਸ਼੍ਰੋਮਣੀ ਕਮੇਟੀ ਵੱਲੋਂ ਵੀ ਛਪਦੀ ਹੈ, ਗੁੱਗਾ ਗਪੌੜਾ ਤੇ ਸੁਲਤਾਨ ਪੁਆੜਾ। ਔਰ ਉਹਦੇ ਵਿੱਚ ਉਹਨਾਂ ਨੇ ਜਿਹੜੇ ਗੁੱਗਾ ਗਪੌੜਾ ਗੁੱਗੇ ਭਗਤ ਦੇ ਚੇਲੇ ਦੇ ਨਾਲ, ਜਿਹੜਾ ਗੁੱਗਾ ਭਗਤ ਹੈ ਉਹਦੇ ਨਾਲ, ਤੇ ਸੁਲਤਾਨ ਜਿਹੜਾ ਸਖੀ ਸਰਵਰੀ ਨੂੰ ਮੰਨਣ ਵਾਲਾ ਉਹਦੇ ਨਾਲ ਆਪਸੀ ਵਾਰਤਾਲਾਪ ਇੱਕ ਸੈਲਾਨੀ ਸਿੰਘ ਦੀ ਕਰਾਈ ਹੈ। ਉਹ ਵੈਸੇ ਕਾਵ ਰੂਪ ਵਿੱਚ ਉਸੇ ਬੁੱਕਸ ਵਿੱਚ ਉਹ ਵੀ ਗੱਲਾਂ ਲਿਖਦੇ ਨੇ ਕਿ ਸਾਡਾ ਮੂਰਖਾਂ ਦਾ ਦੇਸ਼ ਹੈ, ਇਹ ਕਿੱਧਰ ਨੂੰ ਡੁੱਬਦਾ ਜਾਂਦਾ ਹੈ। ਸੱਪਾਂ ਕੁੱਤਾਂ ਕਾਵਾਂ, ਸੱਪਾਂ ਕੁੱਤਿਆਂ ਕਾਵਾਂ ਤਾਈਂ ਆਪਣੇ ਪੀਰ ਬਣਾ दा। ਕਿੱਡਾ ਮੂਰਖ ਦੇਸ਼ ਹੈ ਸਾਡਾ, ਕਿੱਧਰ ਨੂੰ ਡੁੱਬਦਾ ਜਾਂਦਾ। ਕੁਝ ਇੱਦਾਂ ਦੇ ਬੋਲਨੇ ਕਹਿਣ ਲੱਗੇ, ਸੱਪਾਂ ਕੁੱਤਿਆਂ ਕਾਵਾਂ ਤਾਈਂ ਆਪਣੇ ਪੀਰ ਬਣਾ दा। ਇਹ ਪਤਾ ਨਹੀਂ ਕਿਹਨਾਂ ਕਿਹਨਾਂ ਨੂੰ ਪੀਰ ਬਣਾ ਕੇ ਤੇ ਨੇ ਪੂਜਣਾ ਸ਼ੁਰੂ ਕਰ। ਇੱਕ ਸਿੱਖ ਹੋਵੇ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲਾ ਵੀ ਹੋਵੇ, ਤੇ ਉਹ ਸੱਪ ਅੱਗੇ ਵੀ ਥਾਲੀ ਲੈ ਕੇ ਤੇ ਸਾਡੀ ਮਾਈ ਸਾਡੇ ਵੀਰ ਉੱਤੇ ਖੜੇ ਰਹਿਣ, ਉਹਨਾਂ ਦੀ ਪੂਜਾ ਵੀ ਕਰਨ। ਇਹਦਾ ਮਤਲਬ ਅਸੀਂ ਭਰਮ ਵਿੱਚ ਪੈ ਗਏ ਹਾਂ। ਤੇ ਇਸੇ ਭਰਮ ਨੂੰ ਸਤਿਗੁਰ ਕਹਿੰਦੇ ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ, ਦੂਜੇ ਨਾਲ ਪਿਆਰ ਜਾ ਕੇ ਲੱਗ ਗਿਆ ਵੀ ਦੂਜੀ ਥਾਂ ਤੇ ਜਾ ਕੇ, ਵੀ ਇਹ ਸਾਡਾ ਪਿਆਰ ਕਿੱਥੇ ਜਾ ਕੇ ਲੱਗ ਗਿਆ। ਇੱਕ ਅਦੀਬ ਨੇ ਬੋਲ ਲਿਖਿਓ, ਕਹਿੰਦੇ ਇੱਕ ਮਾਈ ਸੀ ਗੁੱਗੇ ਨੂੰ ਨਿੱਤ ਪੂਜਦੀ, ਥਾਲ ਵਿੱਚ ਪਾ ਕੇ ਸੇਵੀਆਂ, ਹੱਥ ਗੜਵੀ ਗੁੱਗੇ ਵੱਲ ਆਈ ਤੇ ਮੁੱਠੀ ਭਰ ਪਾਈਆਂ ਸੇਵੀਆਂ, ਲੱਸੀ ਬੰਨ ਕੇ ਧਾਰ ਜਦ ਪਾਈ ਤੇ ਗੁੱਗੇ ਨੂੰ ਗਲੂਟੂ ਆ ਗਿਆ। ਗੁੱਗੇ ਦਾ ਪਤਾ ਆ ਗਿਆ ਵੀ ਜਿੱਥੇ ਆਮ ਖੁੱਡ ਬਣੀ ਹੋਵੇ, ਰੁੱਡ ਬਣੀ ਹੋਵੇ, ਤੇ ਉੱਥੇ ਜਾ ਕੇ ਵੀ ਆਮ ਕਰਕੇ ਬੀਬੀਆਂ ਲੱਸੀ ਪਾ ਦਿੰਦੀਆਂ। ਤਾਂ ਵੈਸੇ ਖੁੱਡ ਵਿੱਚ ਬੈਠਾ ਹੋਇਆ ਸੱਪ ਬਾਬਾ, ਤੇ ਘਰ ਵਿੱਚ ਆਇਆ, ਕਹਿੰਦੇ ਆਮ ਸਿਆਣੇ ਸੱਜਣ ਕਹਿੰਦੇ ਸੱਪ ਆਇਆ ਚੰਗਾ ਨਹੀਂ ਹੁੰਦਾ, ਚੰਗਾ ਨਹੀਂ। ਪਰ ਅਸੀਂ ਕਿੱਦਾਂ ਦੀ ਪੂਜਾ ਵਾਲੇ ਪਾਸੇ ਅਸੀਂ ਸਾਡਾ ਵਿਧਾਨ ਤੁਰ ਪਿਆ। ਉਹ ਕਹਿੰਦੇ ਕਿ ਲੱਸੀ ਬੰਨ ਕੇ ਧਾਰ ਜਦ ਪਾਈ, ਗੁੱਗੇ ਨੂੰ ਗਲੋਟੂ ਆ ਗਿਆ, ਗੁੱਗੇ ਕੱਸ ਕੇ ਫੂਕ ਜਦ ਮਾਰੀ ਤੇ ਮਾਈ ਜੀ ਦੇ ਤੋਤੇ ਉੱਡ ਗਏ। ਹੁਣ ਕਿਤੇ ਉਹ ਕਹਿੰਦੇ ਸੱਪ ਉੱਥੇ ਬੈਠਾ ਸੀ, ਉੱਤੋਂ ਲੱਸੀ ਦੀ ਧਾਰ ਬੰਨ ਕੇ ਪਾਈ ਤੇ ਉਹਨੂੰ ਗਲੋਟੂ ਆ ਗਿਆ, ਤੇ ਉਹਨੇ ਅੱਗੋਂ ਫੂਕ ਮਾਰੀ, ਗੁੱਗੇ ਬੰਨ ਕੇ ਫੂਕ ਜਦ ਮਾਰੀ ਤੇ ਮਾਈ ਜੀ ਦੇ ਤੋਤੇ ਉੱਡ ਗਏ। ਉਹ ਕਹਿੰਦਾ ਗੁੱਗਿਆ ਸਵਾ ਮਹੀਨਾ ਮਾਈ ਜੀ ਦਾ ਮੰਜੇ ਤੇ ਪੁੱਗਿਆ। ਉਹ ਕਹਿੰਦਾ ਸਵਾ ਮਹੀਨਾ ਮਾਈ ਦਾ ਮੰਜੇ ਤੇ ਪੁੱਗ ਗਿਆ ਵੀ ਜਿਹੜੀ ਸੱਪ ਨੇ ਫੂਕ ਮਾਰੀ। ਵੀ ਇੱਦਾਂ ਦੀ ਪੂਜਾ ਦਾ ਵਿਧਾਨ ਸਾਡੇ ਵਾਲੇ ਪਾਸੇ ਚੱਲ ਪਿਆ। ਔਰ ਇਹ ਕਿਤਾਬ ਪੜ੍ਹਨ ਵਾਲੀ ਹੈ ਗੁੱਗਾ ਗਪੌੜਾ ਸੁਲਤਾਨ ਪੁਆੜਾ ਗਿਆਨੀ ਦਿੱਤ ਸਿੰਘ ਦੀ ਲਿਖੀ, ਜਿਹੜੀ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਛਾਪਦੀ ਹੈ। ਔਰ ਉਹਦੇ ਵਿੱਚ ਉਹਨਾਂ ਨੇ ਧੱਜੀਆਂ ਉਘੇੜੀਆਂ ਨੇ, ਬਖੇੜਨ ਦਾ ਯਤਨ ਕੀਤਾ ਵੀ ਧੱਜੀਆਂ ਬਖੇੜਨ ਦਾ, ਵੀ ਸਾਨੂੰ ਕੁਝ ਸਮਝਾਉਣ ਦਾ ਯਤਨ ਕੀਤਾ ਵੀ ਸਿੱਖਾ ਤੂੰ ਕਿਹੜੇ ਪਾਸੇ ਚੱਲਦਾ। ਉਸੇ ਦੇ ਅਖੀਰ ਤੇ ਜਾ ਕੇ ਉਹਨਾਂ ਨੇ ਬੋਲ ਲਿਖਿਆ, ਜਿਹੜੇ ਗੁਰੂ ਗੋਬਿੰਦ ਸਿੰਘ ਦੇ ਸਿੰਘ ਨੇ ਉਹ ਇਹਨਾਂ ਭਰਮਾਂ ਨੂੰ ਇੱਦਾਂ ਭਜਾ ਦਿੰਦੇ ਨੇ ਜਿਵੇਂ ਸ਼ੇਰ ਜਿਹੜਾ ਉਹ ਗਿੱਦੜਾਂ ਨੂੰ ਭਜਾ ਦਿੰਦਾ। ਪਰ ਸਾਡੇ ਵਿੱਚ ਪਤਾ ਨਹੀਂ ਕਿੰਨੀ ਤਰ੍ਹਾਂ ਦੀ ਪੂਜਾ ਵਿਧਾਨ, ਹਾਲਾਂਕਿ ਇਹ ਗੱਲਾਂ ਕੁਝ ਕੜਵੀਆਂ ਲੱਗਦੀਆਂ ਨੇ, ਪਰ ਕਿਉਂਕਿ ਸਤਿਗੁਰ ਦੀ ਬਾਣੀ ਦੇ ਵਾਕ ਨੇ ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਏ, ਵੀ ਦੂਜੇ ਵਾਲੇ ਥਾਂ ਤੇ ਪਿਆਰ ਲੱਗੇ। ਇੱਕ ਸਿੱਖ ਹੋਵੇ ਤਾਂ ਵੀ ਥਾਂ ਮਤਲਬ ਕਿਤੇ ਖੁੱਡ ਅੱਗੇ ਜਾ ਕੇ ਉੱਥੇ ਪੂਜਾ ਸੱਪ ਦੀ ਕਰ ਰਹੇ, ਇਹਦਾ ਮਤਲਬ ਹੈ ਵੀ ਅਸੀਂ ਭਰਮ ਵਿੱਚ ਭਟਕਣਾ ਵਿੱਚ ਜੀਵਨ ਨੂੰ ਜਿਉ ਰਹੇ ਹਾਂ। ਪਰ ਸਤਿਗੁਰ ਨੇ ਐਸੀ ਪੂਜਾ ਦੇ ਵਿਧਾਨ ਤੋਂ ਸਾਨੂੰ ਬਾਹਰ ਕੱਢ ਕੇ
ਤੁਸੀਂ ਬਾਣੀ ਦੇ ਜਿੰਨੇ ਬਚਨ ਪੜੋਗੇ ਨਾ, ਉੱਥੇ ਇੱਕ ਦੀ ਪੂਜਾ ਦਾ ਵਿਧਾਨ ਹੈ, ਕਿਸੇ ਦੂਜੇ ਦਾ ਜ਼ਿਕਰ ਤੱਕ ਨਹੀਂ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬਚਨ ਨੇ, ਕਹਿਣ ਲੱਗੇ ਤਜੋ ਸਿਆਣਪ ਸੁਰ ਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ, ਇੱਕ ਰੱਬ ਦੀ ਆਸ, ਇੱਥੇ ਵਿਸ਼ਰਾਮ ਲੱਗਦਾ, ਏਕ ਆਸ ਹਰ, ਇੱਕ ਹਰੀ ਦੀ ਆਸ ਮਨ ਰੱਖੋ, ਮਨ ਵਿੱਚ ਰੱਖ, ਨਾਨਕ ਦੁਖ ਭਰਮ ਭਉ ਜਾਏ। ਉੱਤੇ ਤਿੰਨ ਚੀਜ਼ਾਂ ਆਖੀਆਂ ਵੀ ਇਹਨਾਂ ਨੂੰ ਧਾਰਨ ਕਰ, ਤੇ ਜੀਵਨ ਦੇ ਅੰਦਰੋਂ ਕੁਝ ਆਹ ਚੀਜ਼ਾਂ ਤਿੰਨ ਚਲੀਆਂ ਜਾਂਦੀਆਂ ਵੀ ਤਜੋ ਸਿਆਣਪ, ਸਿਆਣਪ ਨੂੰ ਛੱਡ ਦੇ, ਤੇ ਇੱਕ ਰੱਬ ਨੂੰ ਸਿਮਰ, ਤੇ ਇੱਕ ਰੱਬ ਦੀ ਆਸ ਮਨ ਵਿੱਚ ਰੱਖ। ਤੇ ਸਾਹਿਬ ਕਹਿਣ ਲੱਗੇ ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਉੱਥੇ ਵੀ ਭਰਮ ਦਾ ਜ਼ਿਕਰ ਕੀਤਾ, ਦੁੱਖ ਚਲਾ ਜਾਂਦਾ, ਭਰਮ ਚਲਾ ਜਾਂਦਾ, ਤੇ ਭਰਮ ਤੋਂ ਬਾਅਦ ਭਰਮ ਕਾਰਨ ਡਰ ਬਣਦੇ। ਜੇ ਬੰਦਾ ਕਿਸੇ ਦੀ ਪੂਜਾ ਕਰ ਰਿਹਾ ਤੇ ਉੱਥੇ ਮੰਨ ਲਓ ਕਿਸੇ ਦਿਨ ਦੀਵਾ ਨਹੀਂ ਬਾਲਿਆ, ਬੰਦੇ ਅੰਦਰ ਡਰ ਬਣ ਜਾਂਦਾ, ਹੈ ਵੀ ਕੋਈ ਇਹ ਪੀਰ ਜਿਹੜਾ ਮੇਰਾ ਮੰਜੀ ਨਾ ਮੂੰਹ ਦੀ ਮਾਰ, ਇੱਦਾਂ ਦੇ ਡਰ ਬੜੇ ਨੇ। ਹੁਣ ਉਹ ਡਰ ਵੀ ਸਾਹਿਬ ਕਹਿਣ ਲੱਗੇ ਦੁਖ ਭਰਮ ਭਉ ਜਾਏ, ਇਹ ਡਰ ਚਲੇ ਜਾਂਦੇ ਨੇ। ਭਰਮ ਚਲਾ ਗਿਆ ਤੇ ਭਰਮ ਦੇ ਕਾਰਨ ਬਣਿਆ ਹੋਇਆ ਡਰ ਚਲਾ ਗਿਆ। ਪਰ ਸਤਿਗੁਰ ਨੇ ਬਚਨ ਅੱਜ ਸਾਂਝੇ ਕੀਤੇ, ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ। ਭਾਈ ਗੁਰਦਾਸ ਨੇ ਬੜੇ ਪਿਆਰੇ ਬਚਨ ਸਾਂਝੇ ਕੀਤੇ ਨੇ ਆਪਣੇ ਇੱਕ ਕਵਿਤ ਦੇ ਅੰਦਰ, ਦੂਜੇ ਲੱਗਾ ਹੇਤ ਦੀ। ਉਹਨਾਂ ਨੇ ਬਚਨ ਸਾਂਝੇ ਕੀਤੇ, ਕਹਿਣ ਲੱਗੇ ਦੋਏ ਦਰਪਣ ਦੇਖੇ ਏਕ ਸੇ ਅਨੇਕ ਰੂਪ, ਵੀ ਦੋ ਦਰਪਣ, ਇੱਕ ਦਰਪਣ ਵਿੱਚ ਬੰਦਾ ਸਾਹਮਣੇ ਖੜਾ ਤੇ ਆਪਣੀ ਇੱਕ ਸ਼ਕਲ ਦਿਸ ਰਹੀ, ਪਰ ਦੋ ਵਿੱਚ ਸਾਹਮਣੇ ਖੜੇ ਤੋਂ ਉਹਨੂੰ ਇੱਕ ਤੋਂ ਜ਼ਿਆਦਾ ਸ਼ਕਲਾਂ ਦਿਸਦੀਆਂ ਨੇ। ਭਾਈ ਗੁਰਦਾਸ ਜੀ ਕਹਿਣ ਲੱਗੇ ਦੋਏ ਦਰਪਣ ਦੇਖਿਆ ਏਕ ਸੇ ਅਨੇਕ ਰੂਪ, ਇੱਕ ਤੋਂ ਅਨੇਕਾਂ ਰੂਪ ਦਿਸਦੇ ਆ। ਦੋਏ ਨਾਵ ਪਾਪ ਧਰੈ ਪਹੁੰਚੇ ਨਾ ਪਾਰ, ਤੇ ਦੋ ਬੇੜੀਆਂ ਤੇ ਬੰਦਾ ਪੈਰ ਧਰ ਲਵੇ। ਦੋਏ ਨਾਵ ਬੇੜੀ ਨੂੰ ਕਹਿੰਦੇ, ਦੋਏ ਨਾਵ ਪਾਪ ਧਰੈ। ਅਸੀਂ ਆਮ ਵੀ ਕਹਿੰਦੇ ਦੋ ਬੇੜੀਆਂ ਦਾ ਸਵਾਰ ਕਦੀ ਟਿਕਾਣੇ ਤੇ ਨਹੀਂ ਲੱਗਦਾ। ਦੋਏ ਨਾਵ ਪਾਪ ਧਰੇ ਪਹੁੰਚੇ ਨਾ ਪਾਰ, ਵੀ ਕਿਸੇ ਪਾਰ ਨਹੀਂ ਲੱਗ ਸਕਦਾ। ਵੀ ਜਿਹੜਾ ਸਫ਼ਰ ਉਹ ਕਰ ਰਿਹਾ, ਜਿਸ ਸਮੁੰਦਰ ਨੂੰ, ਦਰਿਆ ਨੂੰ ਪਾਰ ਕਰਨਾ ਚਾਹੁੰਦਾ, ਤੇ ਉਹ ਦੋ ਬੇੜੀਆਂ ਵਿੱਚ ਪੈਰ ਰੱਖ ਲਵੇ, ਉਹ ਪਾਰ ਨਹੀਂ ਹੁੰਦਾ। ਦੋਏ ਦਿਸ਼ਾ ਗਹਿ ਗਹਿ ਸਹਾਤ ਪਾਉ ਟੂਟੈ, ਕਹਿਣ ਲੱਗੇ ਬੰਦਾ ਕਿਸੇ ਥਾਂ ਤੇ ਡਿੱਗ ਪਵੇ, ਮੰਨ ਲਓ ਮੀਂਹ ਕਣੀ ਪਿਆ ਤੇ ਤਿਲਕਣੇ ਤੇ ਬੰਦਾ ਡਿੱਗ ਪਿਆ, ਤੇ ਤਿਲਕ ਪਿਆ ਤੇ ਆਲੇ ਦੁਆਲੇ ਬੰਦੇ ਲੰਘ ਰਹੇ, ਤੇ ਇੱਕ ਹੱਥ ਉਹਨੇ ਸੱਜੇ ਪਾਸੇ ਕੀਤਾ ਵੀ ਮੈਨੂੰ ਬਾਹਰ ਕੱਢ ਲਓ, ਤੇ ਇੱਕ ਹੱਥ ਖੱਬੇ ਪਾਸੇ ਵੀ ਕਰ ਲਿਆ, ਮੈਨੂੰ ਇਹ ਵੀ ਕੋਈ ਖਿੱਚ ਲਵੇ। ਹੁਣ ਭਾਈ ਗੁਰਦਾਸ ਕਹਿੰਦੇ ਜਦੋਂ ਦੋਨੋਂ ਬੰਦੇ ਖਿੱਚਣਗੇ ਨਾ, ਦੋਨੋਂ ਦਿਸ਼ਾ ਗਹਿ ਗਹਿ ਹੱਥ ਪਾਉ ਟੂਟੈ, ਹੱਥ ਪੈਰ ਹੀ ਟੁੱਟਣਗੇ। ਕਹਿਣ ਲੱਗੇ ਵੀ ਬੰਦਾ ਉੱਠ ਨਹੀਂ ਸਕਦਾ ਜੇ ਦੋਨੋਂ ਪਾਸੋਂ ਖਿੱਚਣਗੇ ਤਾਂ। ਦੋਏ ਦਿਸ਼ਾ ਗਹਿ ਗਹਿ ਸਹਾਤ ਪਾਉ ਟੂਟੈ, ਇਦਾਂ ਦੇ ਬਚਨ ਭਾਈ ਗੁਰਦਾਸ ਨੇ ਸਾਂਝੇ ਕੀਤੇ ਵੀ ਦੋ ਪੁਰਖਣ ਕੀ ਨਾ ਕੁੱਲਾ ਬੱਧੂ ਨਾਰ। ਕਹਿਣ ਲੱਗੇ ਦੋ ਪੁਰਖ ਹੋਣ ਤੇ ਉਹਨੂੰ ਕੁੱਲਾ ਬੱਧੀ ਨਾਰ ਨਹੀਂ ਕਹਿੰਦੇ, ਉਹ ਕਿਸੇ ਚੰਗੀ ਕੁੱਲ ਦੀ ਨਹੀਂ ਕਹੀ ਜਾਂਦੀ, ਵੀ ਦੋ ਪਤੀ ਹੋਣ ਜਿੰਦੇ। ਵੀ ਇਦਾਂ ਹੀ ਇਹ ਗੱਲ ਭਾਈ ਗੁਰਦਾਸ ਜੀ ਨੇ ਸਾਂਝੀ ਕੀਤੀ ਹੈ। ਵੀ ਉੱਥੇ ਅਖੀਰ ਤੇ ਬਚਨ ਜਿਹੜੇ ਉਹਨਾਂ ਨੇ ਸਾਂਝੇ ਸਾਨੂੰ ਸਮਝਾਉਣ ਦਾ ਯਤਨ ਕੀਤਾ। ਕਹਿਣ ਲੱਗੇ ਇਸੇ ਤਰ੍ਹਾਂ ਸਿੱਖਾ ਆ ਗੁਰੂ ਦਾ ਸਿੱਖ ਹੋਵੇ ਤੇ ਆਣ ਦੇਵ ਟੇਵ ਗਹਿ, ਤੇ ਕਹਿਣ ਲੱਗੇ ਵੀ ਗੁਰੂ ਦਾ ਸਿੱਖ ਹੋ ਕੇ ਆਣ ਦੇਵ ਟੇਕ ਗਹਿ। ਕਹਿਣ ਲੱਗੇ ਟੇਕ ਆਸਰੇ ਤੂੰ ਹੋਰ ਦੇ, ਉਹ ਦੇਵੀ ਦੇਵਤਿਆਂ ਦੇ ਹੋਰ ਤੱਕਦਾ ਫਿਰੇ। ਗੁਰੂ ਦਾ ਸਿੱਖ ਹੋ ਕੇ ਤੂੰ ਥਾਂ ਥਾਂ ਤੇ ਭਟਕਦਾ ਫਿਰੇ। ਕਹਿਣ ਲੱਗੇ ਤੇਰੇ ਵਾਸਤੇ ਗੱਲ ਸ਼ੋਭਨੀ ਕਿ ਨਹੀਂ ਹੈ, ਤੇਰੇ ਵਾਸਤੇ ਗੱਲ ਚੰਗੀ ਨਹੀਂ ਹੈ। ਤੇਰੇ ਵਾਸਤੇ ਜਿਵੇਂ ਦੋ ਬੇੜੀਆਂ ਦਾ ਬੰਦਾ ਸਵਾਰ ਵੀ ਉਹ ਜਿਹੜਾ ਟਿਕਾਣੇ ਤੇ ਨਹੀਂ ਲੱਗਦਾ। ਕਹਿਣ ਲੱਗੀ ਇਸੇ ਤਰ੍ਹਾਂ ਤੇਰਾ ਜੀਵਨ ਵੀ ਭਰਮ ਦੇ ਅਧੀਨ ਹੀ, ਤੂੰ ਆਪਣੇ ਜੀਵਨ ਨੂੰ ਭਰਮ ਵਿੱਚ ਕੱਟਦਾ ਰਵੇਂਗਾ। ਕਿਸੇ ਥਾਂ ਤੇ ਜਿਸ ਮੰਜ਼ਿਲ ਤੇ ਤੈਨੂੰ ਗੁਰੂ ਲਿਜਾਣਾ ਚਾਹੁੰਦਾ ਹੈ ਉਸ ਥਾਂ ਤੇ ਲੱਗ ਨਹੀਂ ਸਕੇਗਾ। ਖੈਰ ਮੈਂ ਆਪਣੇ ਵਿਸ਼ੇ ਵਾਲੇ ਪਾਸੇ ਆਵਾਂ। ਸਤਿਗੁਰੂ ਜੀ ਬਚਨ ਅੱਜ ਸਾਂਝੇ ਕਰਦੇ, ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ। ਹੇਤ ਪਿਆਰ ਦੂਜੇ ਨਾਲ ਲੱਗ ਗਿਆ, ਤੇ ਸਾਹਿਬ ਕਹਿਣ ਲੱਗੇ ਲੱਖ ਸ਼ਿੰਗਾਰ ਬਣਾਇਆ। ਭਰਮ ਦੇ ਕਾਰਨ ਕਹਿਣ ਲੱਗੇ ਪਿਆਰ ਦੂਜੀ ਥਾਂ ਤੇ, ਭਰਮ ਸੀ ਤੇ ਭਰਮ ਦੇ ਕਾਰਨ ਬੰਦਾ ਸਮਝਦਾ ਸੀ ਵੀ ਉੱਥੋਂ ਵੀ ਕੁਝ ਮਿਲ ਜਾਣਾ, ਪਿਆਰ ਦੂਜੀ ਥਾਂ ਤੇ ਲੱਗ ਗਿਆ। ਤੇ ਸਾਹਿਬ ਕਹਿਣ ਲੱਗੇ ਫਿਰ ਕੀ ਹੋਇਆ, ਲੱਖ ਸ਼ਿੰਗਾਰ ਬਣਾ। ਫਿਰ ਬੰਦਾ ਲੱਖਾਂ ਸ਼ਿੰਗਾਰ ਕਰਦਾ ਰਹੇ, ਕਾਰਜ ਨਾ ਹੀ ਕੇਤ। ਕਹਿਣ ਲੱਗੇ ਕਿਸੇ ਕਾਰਜ ਨਹੀਂ ਆਉਂਦੇ। ਇੱਥੇ ਸ਼ਿੰਗਾਰ ਦਾ ਭਾਵ ਜਿਵੇਂ ਸ਼ਿੰਗਾਰ ਇੱਕ ਸੁਹੱਪਣ ਦਾ ਪ੍ਰਤੀਕ ਹੈ, ਬਾਹਰੀ ਤੌਰ ਤੇ ਵੀ ਬੰਦਾ ਸ਼ਿੰਗਾਰ ਕਰਦਾ। ਇੱਥੇ ਹੁਣ ਸ਼ਿੰਗਾਰ ਜਿਹੜਾ ਸਤਿਗੁਰ ਨੇ ਲਫ਼ਜ਼ ਵਰਤਿਆ, ਲੱਖਾਂ ਸ਼ਿੰਗਾਰ ਬੰਦਾ ਕਰਦਾ। ਉਹ ਵੀ ਕਿਹੜਾ ਸ਼ਿੰਗਾਰ, ਧਰਮ ਦਾ ਲੇਬਲ ਲਾ ਕੇ ਵੀ ਸ਼ਿੰਗਾਰ ਕੀਤਾ ਜਾਂਦਾ।
ਬੰਦਾ ਬਾਹਰੋਂ ਕਿਸੇ ਨੂੰ ਚੰਗਾ ਬਣ ਕੇ ਵਿਖਾਉਣ ਦਾ ਯਤਨ ਕਰਦਾ, ਧਰਮ ਦਾ ਬਾਣਾ ਪਾਇਆ, ਸ਼ਿੰਗਾਰ ਬਣਾਇਆ ਹੈ, ਪਰ ਸ਼ਿੰਗਾਰ ਤਾਂ ਹੈ ਸਫਲਾ ਵੀ ਉਸ ਇਸਤਰੀ ਦਾ ਸ਼ਿੰਗਾਰ ਸਫਲਾ ਮੰਨਿਆ ਜਾਂਦਾ, ਚੰਗਾ ਮੰਨਿਆ ਜਾਂਦਾ ਜਿਸ ਦੀ ਆਪਣੇ ਪਤੀ ਦੇ ਨਾਲ ਬਣਦੀ ਹੋਵੇ। ਜੇ ਪਤੀ ਦੇ ਨਾਲ ਅਣਬਣ ਰਹਿੰਦੀ ਹੋਵੇ ਤੇ ਪਤੀ ਪਤਨੀ ਭਾਵੇਂ ਜਿੰਨਾ ਮਰਜ਼ੀ ਸ਼ਿੰਗਾਰ ਕਰਦੇ ਰਹਿਣ, ਲੋਕ ਵੀ ਉਲਾਮੇ ਦੇਣੇ, ਤਾਨੇ ਮੇਣੇ ਦੇਣੇ ਸ਼ੁਰੂ ਕਰ ਦਿੰਦੇ, ਕੀ ਫਾਇਦਾ ਹੈ ਸ਼ਿੰਗਾਰ ਦਾ। ਸਾਹਿਬ ਕਹਿਣ ਲੱਗੇ ਬਾਹਰੀ ਧਰਮ ਦਾ ਲੇਬਲ ਲਾ ਕੇ ਦਾਨ ਪੁੰਨ ਬੜਾ ਕੁਝ, ਤੀਰਥਾਂ ਤੇ ਜਾਣਾ ਬੜਾ ਕੁਝ, ਇਹ ਸਾਰਾ ਧਰਮ ਦਾ ਲੇਬਲ ਲਾ ਕੇ ਬੰਦਾ ਸ਼ਿੰਗਾਰ ਕਰਦਾ। ਇਹ ਸਾਰਾ ਧਰਮ ਦੀ ਦੁਨੀਆ ਵਿੱਚ ਸ਼ਿੰਗਾਰ ਕੀਤਾ ਜਾਂਦਾ। ਸਤਿਗੁਰੂ ਕਹਿਣ ਲੱਗੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੀਤ, ਵੀ ਕਿਸ ਕੰਮ ਮੇ ਕਹਿਣ ਲੱਗੇ ਸ਼ਿੰਗਾਰ ਬਣਾਇਆ, ਕਿਉਂਕਿ ਹੇਤ ਪਿਆਰ ਤਾਂ ਦੂਜੀ ਥਾਂ ਤੇ ਲੱਗਾ ਹੋਇਆ। ਭਰਮ ਦੇ ਅਧੀਨ ਜੀਵਨ ਜਿਉ ਰਿਹਾ ਤੇ ਭਰਮ ਦੇ ਕਾਰਨ ਪਿਆਰ ਦੂਜੀ ਥਾਂ ਤੇ ਆ, ਇੱਕ ਖਸਮ ਪ੍ਰਭੂ ਨਾਲ ਬਣਦੀ ਤੇਰੀ ਨਹੀਂ। ਤੇ ਸਾਹਿਬ ਕਹਿਣ ਲੱਗੇ ਲੱਖਾਂ ਸ਼ਿੰਗਾਰ, ਬਾਹਰ ਦੇ ਧਰਮ ਕਰਮ ਕਰਨ ਦਾ ਕੀ ਭਾਵ ਰਹਿ ਗਿਆ। ਇਹ ਲੱਖਾਂ ਸ਼ਿੰਗਾਰ ਕੀਤੇ, ਕਾਰਜ ਕਿਸੇ ਕੰਮ ਦੇ ਨਹੀਂ, ਇਹ ਜੀਵਨ ਦੇ ਕਿਸੇ ਕੰਮ ਨਹੀਂ ਆਏ। ਲੱਖ ਸ਼ਿੰਗਾਰ ਬਣਾਇਆ, ਸਤਿਗੁਰ ਨੇ ਬਾਣੀ ਦਰੇ ਬਚਨ ਆਖੇ ਕੀਓ ਸ਼ਿੰਗਾਰ ਮਿਲਣ ਕੇ ਤਾਈ, ਹਰ ਨਾ ਮਿਲੇ ਜਗ ਜੀਵਨ ਗੁਸਾਈ, ਵੀ ਹਰੀ ਰੱਬ ਮਿਲਿਆ ਹੀ ਨਹੀਂ ਹੈ। ਸਤਿਗੁਰ ਨੇ ਤਾਂ ਬਾਣੀ ਅੰਦਰ ਵੀ ਬਚਨ ਸਾਂਝੇ ਕੀਤੇ, ਕਹਿਣ ਲੱਗੇ ਅਨਕ ਸਾਜ ਸ਼ਿੰਗਾਰ ਬਹੁ ਕਰਤਾ ਜੋ ਮਿਰਤਕ ਉਡਾਇਆ, ਮਾਨੁਖ ਬਿਨ ਬਿਰਥੇ ਮਾਨੁਖ ਬਿਨ ਬੂਝੇ ਬਿਰਥ ਆਇਆ। ਸਤਿਗੁਰ ਕਹਿਣ ਲੱਗੇ ਮਨੁੱਖ ਜਿਹੜਾ ਨਾ ਬਿਨਾਂ ਬੁੱਝਣ ਤੋਂ, ਆਪਣੇ ਜੀਵਨ ਨੂੰ ਸਮਝਣ ਤੋਂ ਬਿਨਾਂ ਇਹ ਵਿਅਰਥ ਹੀ ਆ। ਮਾਨੁਖ ਬਿਨ ਬੂਝੇ ਬਿਰਥ ਆਇਆ, ਇਹ ਵਿਅਰਥ ਦਾ ਆਇਆ ਸੰਸਾਰ ਤੇ ਕਿਵੇਂ ਆਇਆ। ਕਹਿਣ ਲੱਗੇ ਅਨਕ ਸਾਜ ਸ਼ਿੰਗਾਰ ਬਹੁ ਕਰਤਾ, ਬੜੇ ਸਾਜ ਬੜੇ ਸ਼ਿੰਗਾਰ ਕਰਦਾ, ਉਹ ਸੰਸਾਰੀ ਤੌਰ ਤੇ ਵੀ ਆ ਤੇ ਧਰਮ ਦੀ ਦੁਨੀਆ ਵਿੱਚ ਵੀ। ਅਨਕ ਸਾਜ ਸ਼ਿੰਗਾਰ ਬਹੁ ਕਰਤਾ, ਤੇ ਸਤਿਗੁਰ ਕਹਿਣ ਲੱਗੇ ਜਿਉ ਮਿਰਤਕ ਉਡਾਇਆ। ਇਹ ਸਤਿਗੁਰ ਕਹਿੰਦੇ ਇਹਦੇ ਸ਼ਿੰਗਾਰ ਏਦਾਂ ਵਿਅਰਥ ਨੇ ਜਿਵੇਂ ਕਿਸੇ ਕੋਈ ਬੰਦਾ ਪ੍ਰਾਣੀ ਮਰ ਚੁੱਕਾ। ਹਾਂ ਜਿਉਂਦੇ ਜੀ ਕਰੇ ਸ਼ਿੰਗਾਰ ਵਾਸਤੇ ਸਾਧਨ ਬੜੇ ਬਣੇ ਬੰਦਾ ਕਰਦਾ ਵੀ ਆ, ਲੋਕ ਕਈ ਵਾਰੀ ਸਲਾਹਣਾ ਵੀ ਕਰਦੇ ਵੀ ਬੜਾ ਸੋਹਣਾ ਲੱਗਦਾ ਸ਼ਿੰਗਾਰ ਕੀਤੇ, ਪਰ ਸਤਿਗੁਰ ਕਹਿਣ ਲੱਗੇ ਇੱਕ ਬੰਦਾ ਮਰ ਗਿਆ ਤੇ ਮਰੇ ਬੰਦੇ ਦੇ ਉੱਤੇ ਵੀ ਆਮ ਸਾਡੇ ਕਈ ਵਾਰੀ ਸਵਾਰਿਆ ਵੀ ਜਾਂਦਾ, ਵੱਡਾ ਕਰਨਾ ਵੀ ਸਾਡੇ ਕਹਿ ਦਿੰਦੇ ਕਈ ਵਾਰੀ ਇੱਦਾਂ। ਸਤਿਗੁਰ ਕਹਿੰਦੇ ਉਸ ਸ਼ਿੰਗਾਰ ਦਾ ਕੀ ਲਾਭ ਹੋਇਆ, ਉਸ ਸ਼ਿੰਗਾਰ ਦਾ ਕੀ ਲਾਭ ਹੋ ਗਿਆ ਵੀ ਉਸ ਮਰੇ ਨੂੰ ਕੋਈ ਲਾਭ ਹੋਇਆ। ਸਤਿਗੁਰ ਕਹਿਣ ਲੱਗੇ ਜਿਵੇਂ ਉਸ ਮਰੇ ਨੂੰ ਕੋਈ ਲਾਭ ਨਹੀਂ ਨਾ ਸ਼ਿੰਗਾਰੇ ਦਾ। ਸਤਿਗੁਰੂ ਜੀ ਕਹਿਣ ਲੱਗੇ ਮੈਨੂੰ ਇਦਾਂ ਲੱਗਦਾ ਜੇ ਜੀਵਨ ਨੂੰ ਸਮਝਿਆ ਨਹੀਂ ਹੈ ਤੇ ਸਰੀਰ ਦੇ ਉੱਪਰ ਬੜੇ ਸ਼ਿੰਗਾਰ ਭਾਵੇਂ ਧਰਮ ਦਾ ਲੇਬਲ ਲਾ ਕੇ ਕੀਤੇ ਆ, ਭਾਵੇਂ ਸੰਸਾਰੀ ਤੌਰ ਤੇ ਕੀਤੇ ਆ, ਇਹ ਸਤਿਗੁਰ ਕਹਿਣ ਲੱਗੇ ਕਿਸੇ ਕੰਮ ਦੇ। ਇਹ ਇਦਾਂ ਜਿਵੇਂ ਮਿਰਤਕ ਬੰਦੇ ਨੂੰ ਸ਼ਿੰਗਾਰਿਆ ਹੋਵੇ। ਇਹ ਗੁਰੂ ਅਰਜਨ ਸਾਹਿਬ ਦੇ ਬੋਲ ਆ ਜੀ, ਮਾਨੁਖ ਬਿਨ ਬੂਝੇ ਬਿਰਥਾ ਆਇਆ, ਅਨਕ ਸਾਜ ਸ਼ਿੰਗਾਰ ਬਹੁ ਕਰਤਾ ਜਿਉ ਮਿਰਤਕ ਉਡਾਇਆ। ਜਿਵੇਂ ਮਿਰਤਕ ਬੰਦੇ ਨੂੰ ਸ਼ਿੰਗਾਰਿਆ ਜਾਂਦਾ ਹੈ, ਇਹ ਸ਼ਿੰਗਾਰ। ਔਰ ਸਤਿਗੁਰ ਨੇ ਅੱਜ ਬਚਨ ਆਖੇ, ਕਹਿਣ ਲੱਗੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੀਤ, ਕਿਸ ਕੰਮ ਨੇ। ਭਾਵ ਧਰਮ ਤਾਂ ਅੰਦਰ ਚੱਲਿਆ ਹੀ ਨਹੀਂ ਹੈ। ਇਹ ਸ਼ਿੰਗਾਰ ਕਰਨ ਦਾ ਫਾਇਦਾ ਸੀ ਨਾ ਵੀ ਅੰਦਰ ਧਰਮ ਵੀ ਪਨਪਦਾ, ਧਰਮ ਵਾਲੇ ਪਾਸੇ ਹੀ ਬੰਦਾ ਕਰਦਾ। ਧਰਮ ਦੇ ਕਰਮ ਕਰਨ ਦਾ ਭਾਵ ਸੀ ਵੀ ਸਾਡੇ ਜੀਵਨ ਅੰਦਰ ਕੋਈ ਇਨਸਾਨੀਅਤ, ਕੋਈ ਧਰਮ ਜਨਮ ਲੈਂਦਾ। ਪਰ ਸਤਿਗੁਰ ਕਹਿਣ ਲੱਗੇ ਉਹ ਤਾਂ ਜੀਵਨ ਵਿੱਚ ਜੇ ਅੰਦਰ ਜਨਮ ਧਰਮ ਦਾ ਹੋਇਆ ਹੀ ਨਹੀਂ ਹੈ ਤੇ ਸਾਹਿਬ ਕਹਿਣ ਲੱਗੇ ਸ਼ਿੰਗਾਰ ਕਿਸ ਅਰਥ ਰਹੇ ਨੇ। ਭਾਵ ਇਹ ਸਾਰੇ ਧਰਮ ਦੇ ਕਰਮ, ਇਹ ਸਾਰਾ ਕੁਝ ਜੋ ਧਰਮ ਦਾ ਨਾਂ ਲੈ ਕੇ ਕੀਤਾ, ਸਾਹਿਬ ਕਹਿਣ ਲੱਗੇ ਕਿਸ ਅਰਥ ਰਹਿ ਗਿਆ। ਸ਼ਿੰਗਾਰ ਤਾਂ ਬਹੁਤ ਹੈ, ਅੱਜ ਬੜਾ ਸ਼ਿੰਗਾਰ ਕੀਤਾ ਜਾਂਦਾ। ਆਲੇ ਦੁਆਲੇ ਤੁਸੀਂ ਵੇਖੋ ਕਿੰਨੇ ਧਾਰਮਿਕ ਪ੍ਰੋਗ, ਧਰਮ ਦੇ ਕਿੰਨੇ ਕਾਰਜ ਹੁੰਦੇ ਤੇ ਬੰਦਾ ਬੜਾ ਉਹਦੇ ਵਿੱਚ ਨਿੱਠ ਕੇ ਵੀ ਜਾਂਦਾ ਹੈ, ਪਰ ਆਊਟਪੁੱਟ ਕੀ ਨਿਕਲਦੀ? ਆਊਟਪੁੱਟ ਕਈ ਵਾਰੀ ਜ਼ੀਰੋ ਹੀ ਨਿਕਲਦੀ। ਜਿੱਥੇ ਜੀਵਨ ਪਹਿਲਾਂ ਖੜਾ ਹੁੰਦਾ ਉੱਥੇ ਦਾ ਉੱਥੇ ਹੀ ਰਹਿ ਜਾਂਦਾ ਹੈ। ਸਤਿਗੁਰ ਨੇ ਬਚਨ ਆਖੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ, ਅੱਗੇ ਬਚਨ ਆਖੇ ਜਿਤ ਦਿਨ ਦੇ ਬਿਨਸ ਸੀ ਤਿਤ ਵੇਲਾ ਕਹਿਸਨ ਪ੍ਰੇਤ। ਇੱਕ ਉਦਾਹਰਨ ਵਰਤੀ ਸਤਿਗੁਰ ਨੇ, ਇੱਕ ਸਿੰਬਲ, ਇੱਕ ਪ੍ਰਤੀਕ ਕਿ ਜਿਵੇਂ ਸਰੀਰ ਬਿਨਸ ਜਾਏ, ਜਿਤ ਦਿਨ ਜਿਸ ਦਿਨ ਦੇ ਬਿਨਸ ਸੀ, ਜਿਵੇਂ ਸਰੀਰ ਬਿਨਸ ਗਿਆ, ਤਿਤ ਵੇਲਾ ਕਹਿਸਨ ਪ੍ਰੇਤ, ਉਸੇ ਵੇਲੇ ਕਹਿਣਾ ਸ਼ੁਰੂ ਕਰ ਦਿੰਦੇ ਇਹ ਗੁਜ਼ਰ ਗਿਆ। ਪ੍ਰੇਤ ਦਾ ਭਾਵ ਗੁਜ਼ਰ ਗਿਆ। ਆਮ ਪ੍ਰੇਤ ਅਸੀਂ ਹੋਰ ਸ਼ਬਦਾਂ ਵਿੱਚ ਹੀ ਵਰਤਦੇ ਹਾਂ ਵੀ ਇਹ ਭੂਤ ਪ੍ਰੇਤ ਬਣ ਗਿਆ, ਹਾਲਾਂਕਿ ਨਾ ਕੋਈ ਪ੍ਰਾਣੀ ਆਣ ਕੇ ਦੱਸਦਾ। ਹਾਂ ਸਤਿਗੁਰੂ ਨੇ ਬਾਣੀ ਅੰਦਰ ਭੂਤਾਂ ਨੂੰ ਮੰਨਿਆ, ਪ੍ਰੇਤਾਂ ਨੂੰ ਮੰਨਿਆ, ਪਰ ਜੋ ਅਸੀਂ ਮੰਨ ਬੈਠੇ ਹਾਂ ਹੋ ਸਕਦਾ ਵੀ ਉਦਾਂ ਦਾ ਨਾ ਹੋਵੇ। ਇਹ ਵੀ ਇੱਕ ਭਰਮ ਹੈ। ਅਸੀਂ ਬਾਹਰੀ ਤੌਰ ਤੇ ਕਿਸੇ ਛਾਇਆ ਨੂੰ, ਕਿਸੇ ਇਦਾਂ ਦਾ ਭੂਤ ਬਣਾ ਕੇ, ਹਾਲਾਂਕਿ ਬੰਦੇ ਕਿਸੇ ਨੇ ਵੇਖਿਆ ਨਹੀਂ ਹੁੰਦਾ ਇਦਾਂ।
इदां दा कुछ नहीं वेख्या हुंदा, पर एक भरम के अधीन असीं उन्हां चीज़ां नूं मान लैने हाँ। सतगुर ने आख्या बाणी अंदर हाँ प्रेत हुंदे आ, जिहड़े जीवन सच तो टुट जाते आ, नानक प्रभ बिसरत ते प्रेत ता। रब नूं भुल्लण वाला बंदा समझ लो जिउंदे जी प्रेत बन गया। ते बाबा कबीर साहब ने बचना, कबीर जाकर साधना सेविया, हर की सेवा नाए, ते घर मरहट सारखे भूत बसै तिन माए। सतगुर कहते भी तू अपने घर के बाहर अपना नाम लिखिया है ना, तो जे तू रब नूं भुल चुका है ना, तो लोग कहते फलाना सिंह रहिंदा, फलाना जी रहिंदा, पर सतगुर कहते मैनूं तां लगदा भी उत्थे भूतां दा वस है। वो घर ही शमशान भूमि आ। बंदा वैसे शमशान भूमि के कोल ना घर सस्ता भी मिलता होवे ना तो लैंदा नहीं है। शमशान भूमि मड़ियां दे कोल घर सस्ता भी बनता होवे तो बंदा नहीं लैंदा। बंदा कहता भी इत्थों एवें मुर्दे फूके वेखे जाणगे, नहीं उत्थे नहीं लैंदा। पर सतगुर ने एक बाबा कबीर साहब ने बचन आके, कबीर जा कर साधना सेविया, हर की सेवा नाए, ते घर वो घर किहड़े घर भी जिस घर रब नूं चेते नहीं कीते, ते घर मरहट सार के। वो मरहट सार रखिया भी वो जिथे शमशान भूमि है ते भूत बसै तिन मास। बाबा कबीर साहब कहते उत्थे भूतां दा वस है। भाव जिहड़े जीव एक दूजे नाल हमेशा ही लड़ते रहन, वो भूतनियां दा घर ही हो जाता। उत्थे भूतां दा वस ही है जिथे रब जी नूं कदी चेता नहीं किया जाता। और बाणी अंदर यह भी बचना है, कल मैं प्रेत जिनी राम ना पछाता। कल मैं प्रेत, वो प्रेत है जिन्हों ने रब नूं कदी पछाणिया ही नहीं। हुण इस तरीके नाल बाणी तां भूतां नूं मनदी, प्रेतां नूं मनदी, पर वो सतगुर कहंदे मरण तो बाद कोई बने गए बाद की गल है, ये वखरा पाके वो कोई वेख्या नहीं हुंदा किसे। पर जिउंदे जी जिहड़ा तू बनया ना, जिवें असीं आम किसी नूं नहीं कह दिंदे, जिहड़ा बंदा किसी दा पिछा ना छड्डे, असीं कहने तो सानूं भूत बन के चंबड़ गया। उन्हें तो भूत वेख लिआंदा ना, हुण मरण तो बाद तुसीं आखो भी भूत आ। उन्हें तो जिउंदे जी वेख लिया भी जिहड़ा किसी दा पिछा ना छड्डदा होवे, जिहड़ा जिउंदा ही किसी नूं डराउंदा होवे, धमकाउंदा होवे। साहब कहन लगे इदां दे भूत तां तुसीं थां थां ते वेखोगे। और सतगुर ने बचन इत्थे आके, साहब कहन लगे जित दिन देह बिनस सी तित वेला कहसन प्रेत। जिस दिन देह भाव शरीर बिनस जाता है, उस दिन लोग कहते भी प्रेत हो गया, भूत हो गया, ये गुजर गया। और सतगुरु एक प्रतीक वरतते आ। हुण कोई बंदा आखे भी शरीर तो ही पिया, वो प्राणी मर गया तो शरीर सब कुछ, नक मूँह हथ पैर सब कुछ उही है, भी इहदे विच की कुछ चला गया, भी बंदा तो ही पिया। देखने वाला आखे भी हाँ बंदा तो उही है, पर असी आखांगे भाई इहदे विच जिहड़ी हरकत करदा सी ना, वो चीज़ नहीं रही जिंदे कारण हरकत करदा सी, जिसनों बाणी ने जोत भी आख्या, हंस भी आख्या। मतलब ये जिहड़ी चीज़ अंदर हरकत करती सी, वो इहदे विच नहीं रही, इसलिए गुजर गया है, ये मर गया। सतगुर कहन लगे इस तरह बंदिया, जित दिन देह बिनस सी, जिस दिन शरीर बिनसिया लोग कहते भी गुजर गया है। सतगुर कहन लगे इदां ही जिस दिन जीवन के अंदरों ये शरीर जिउंदा, इसनों बाणी ने आख्या ये कदों मरदा, शरीर तो मरना एक दिन अखीर सारिਆਂ ने मर जाना, बस इस उस मरण तो पहला गुरु रामदास महाराज जी कहन लगे जित वेला विसरै तू स्वामी, तित वेला मर जाए जियो मेरा। मालक जी जिस दिन तू भुल जाना ना मेरे जीवन के अंदरों, मैं तेनू भुल जाना, उस वेले मेरी ये जिंद मेरे अंदर की मौत हो जाती है, मैं अंदरों मर जाना। हुण लोग कहते शरीर तो ही है ना, जिवें कोई प्राणी मरिया, पर शरीर अंदर हरकत कोई नहीं। सतगुर कहते इदां ही ये शरीर जिउंदा है, पर इहदे अंदर जदों रब भुल जाता है तो इहदे अंदर हरकत सच वाले पासे की कोई इंसानियत वाले कोई कर्म नहीं रहिंदा, तो गुरु इहनूं कहते भी ये बंदा मर चुका है। ये बाणी दे बोल ने। सतगुर कहन लगे अत सुंदर कुलीन चतर मुख ज्ञानी धनवंत। 5 चीज़ां हर बंदा कहता भी मेरे कोल हो, भी मैं पैसे वाला भी होवां, मैं सुंदर भी होवां, मैं उच्ची कुल का भी होवां, अत सुंदर, अत दा सुंदर होवां, अत दा उच्ची कुल वाला होवां, अत दा सियाणा होवां। ये अत शब्द सारिਆਂ ਨਾਲ 5 ਨਾਲ लगदा अगे जाके। अत सुंदर कुलीन चतुर मुख ज्ञानी, अत दा मुँह तो ज्ञानी भी होवां, पाप अपनी जबान नाल गल दूजे अगे कह भी सकां, ते धनवंत अत दा धनवंत धनवान भी होवां, धनी भी होवां, अमीर भी होवां। पर सतगुर कहते जी 6वीं चीज़ नहीं है। तो गुरु अर्जन साहब महाराज
ਇਸ ਸ਼ਲੋਕ ਵਿੱਚ ਇਹ ਬਚਨ ਸਾਂਝੇ ਕਰਦੇ ਨੇ। ਸਾਹਿਬ ਕਹਿਣ ਲੱਗੇ, ਅੱਧ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਸਤਿਗੁਰੂ ਤਾਂ ਸਾਨੂੰ ਮੁਰਦਾ ਕਹਿੰਦੇ, ਕਹਿਣ ਲੱਗੇ ਜੇ ਪ੍ਰੀਤ ਉਸ ਰੱਬ ਦੇ ਨਾਲ ਨਹੀਂ ਤੇ ਸਾਹਿਬ ਕਹਿਣ ਲੱਗੇ ਮੇਰੀਆਂ ਨਜ਼ਰਾਂ ਵਿੱਚ ਤਾਂ ਤੂੰ ਮੁਰਦਾ ਹੈ। ਮਿਰਤਕ ਕਹੀਐ ਨਾਨਕਾ, ਹੇ ਨਾਨਕ ਜੀ ਉਹਨੂੰ ਮਿਰਤਕ ਆਖਣਾ ਚਾਹੀਦਾ, ਉਹ ਮਰਿਆ ਹੋਇਆ ਜੇ ਪ੍ਰੀਤ ਨਹੀਂ ਭਗਵੰਤ। ਔਰ ਐਸੇ ਮਰੇ ਜੀਵਨ ਦੀ ਤੁਲਨਾ ਸਤਿਗੁਰ ਇੱਥੇ ਕਰਦੇ ਆ। ਜਿਤ ਦਿਨ ਦੇਹ ਬਿਨਸ ਸੀ, ਇਹ ਦੇਹ ਭਾਵ ਜਦੋਂ ਅੰਦਰੋਂ ਬੰਦਾ ਮਰ ਗਿਆ ਨਾ, ਤਿਤ ਵੇਲਾ ਕੈਸਨ ਪ੍ਰੇਤ। ਸਾਹਿਬ ਜੀ ਕਹਿਣ ਲੱਗੇ ਉਸੇ ਵੇਲੇ ਤੈਨੂੰ ਪ੍ਰੇਤ ਸਮਝਿਆ ਜਾਂਦਾ, ਵੀ ਤੂੰ ਹੁਣ ਭੂਤ ਬਣ ਗਿਆ, ਵੀ ਤੇਰੇ ਅੰਦਰ ਇਨਸਾਨੀਅਤ ਨਹੀਂ ਰਹੀ, ਤੂੰ ਅੰਦਰੋਂ ਮਰ ਗਿਆ ਤੇ ਸਮਝ ਲੈ ਵੀ ਤੂੰ ਜਿਉਂਦੇ ਜੀ ਭੂਤ ਬਣ ਗਿਆ। ਤਿਤ ਵੇਲਾ ਕੈਸਨ ਪ੍ਰੇਤ ਤੇ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ। ਜਿਵੇਂ ਬੰਦਾ ਮਰਦਾ ਤੇ ਇਹ ਆਮ ਅਸੀਂ ਕਹਿੰਦੇ ਵੀ ਹੁਣ ਪੁਰਾਣੀ ਇਹਨੂੰ ਜਮਦੂਤ ਲੈ ਗਏ ਨੇ, ਤੇ ਕਿੱਥੇ ਲੈ ਗਏ ਸਾਨੂੰ ਕੋਈ, ਇਹ ਆਮ ਸਦੀ ਸ਼ਬਦਾਵਲੀ ਵਰਤਦੇ ਆ। ਪਰ ਸਤਿਗੁਰ ਕਹਿਣ ਲੱਗੇ ਇੱਥੇ ਜਿਉਂਦਿਆਂ ਵੀ ਜਮਦੂਤ ਚੰਬੜਦੇ। ਗੁਰੂ ਰਾਮਦਾਸ ਮਹਾਰਾਜ ਜੀ ਦਾ ਬਚਨ ਆਪ ਜੀ ਰੋਜ਼ ਪੜ੍ਹਦੇ ਹੋ, ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਨ। ਕਿੰਦੇ ਕੋਲ ਆ ਜੀ? ਜਮ ਪਾਸ। ਉਹ ਭਾਗਾਂ ਤੋਂ ਹੀਨੇ ਆ ਤੇ ਜਮਾਂ ਦੇ ਕੋਲ ਰਹਿੰਦੇ ਆ। ਕੌਣ? ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਉਹਨਾਂ ਦਾ ਫਿਟਕਾਰ ਯੋਗ ਜਿਉਣਾ ਲਾਹਨਤ ਵਾਲਾ ਹੈ। ਸਤਿਗੁਰੂ ਜੀ ਕਹਿਣ ਲੱਗੇ ਹਮੇਸ਼ਾ ਜਮਾਂ ਦੇ ਕੋਲ ਰਹਿੰਦੇ ਆ। ਪਰ ਐਸੇ ਜਮ ਨੂੰ ਸਤਿਗੁਰ ਕਹਿੰਦੇ ਆ ਵੀ ਜਿਤ ਦਿਨ ਦੇ ਬਿਨਸੇ ਤਿਤ ਵੇਲਾ ਕਹਿਸਨ ਪ੍ਰੇਤ, ਪਕੜ ਚਲਾਇਨ ਦੂਤ ਜਮ। ਆ ਜਿਹੜੇ ਜਮਦੂਤ ਜਿਨ੍ਹਾਂ ਦੇ ਕੋਲ ਹੀ ਹਮੇਸ਼ਾ ਤੂੰ ਰਹਿਣਾ ਹੈ ਨਾ, ਸਾਹਿਬ ਜੀ ਕਹਿਣ ਲੱਗੇ ਪਕੜ, ਇਹ ਤੈਨੂੰ ਜਮਦੂਤ, ਇਹ ਵਿਕਾਰ, ਇਹ ਔਗਣ, ਜਿਸ ਨੂੰ ਬਾਣੀ ਨੇ ਇਦਾਂ ਵੀ ਆਖਿਆ, ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੂ ਘਰ ਬਾਰ ਮਨਾ, ਮਾਰੈ ਲੂਟੈ ਨੀਤ, ਨੀਤ ਕਿਸ ਆਗੈ ਕਰੀ ਪੁਕਾਰ ਜਨਾ, ਸ੍ਰੀ ਰਾਮ ਨਾਮਾ ਉਚਰ ਮਨਾ, ਆਗੈ ਜਮ ਦਲ ਬਿਖਮ ਕਣ। ਆ ਜਮਾਂ ਦਾ ਦਲ ਜਿਹੜਾ ਤੈਨੂੰ ਜਿਉਂਦੇ ਦੀ ਜਿਹੜਾ ਤੈਨੂੰ ਚੰਬੜ ਕੇ ਚੰਬੜਿਆ ਹੋਇਆ ਨਾ, ਸਾਹਿਬ ਕਹਿਣ ਲੱਗੇ ਇਹਦੇ ਤੋਂ ਵੀ ਕਦੀ ਛੁਟਕਾਰਾ ਕਰ। ਮਰਨ ਤੋਂ ਬਾਅਦ ਕਿਹੜਾ ਜਮਦੂਤ ਲੈਣ ਆਉਂਦਾ ਅਸੀਂ ਨਹੀਂ ਵੇਖਦੇ ਤੇ ਨਾ ਹੀ ਕਿਸੇ ਨੇ ਵੇਖਿਆ। ਪਰ ਸਤਿਗੁਰ ਕਹਿੰਦੇ ਜਿਉਂਦੇ ਜੀ ਜਿਹੜੇ ਤੈਨੂੰ ਜਮ ਚੰਬੜਦੇ ਆ ਨਾ, ਉਹਨਾਂ ਜਮਾਂ ਤੋਂ ਵੀ ਕਦੀ ਛੁਟਕਾਰਾ ਪਾਉਣ ਦਾ ਯਤਨ ਕਰ। ਉਹਨਾਂ ਜਮਾਂ ਤੋਂ ਵੀ ਪਕੜ ਚਲਾਇਨ ਦੂਤ ਜਮ, ਦੂਤ ਤੇ ਨਾਲ ਜਮ। ਤੇ ਦੂਤ ਅਸੀਂ ਬਾਣੀ ਵਿੱਚੋਂ ਹੀ ਬੋਲ ਪੜ੍ਹਦੇ ਹਾਂ, ਰੋਜ਼ ਹੀ ਪੜ੍ਹਦੇ ਹਾਂ, ਹੁਣੇ ਵੀ ਪੜਾਂਗੇ। ਪੰਚ ਦੂਤ ਤੁਧ ਵਸ ਕੀਤੇ। ਪੰਜ ਦੂਤ, ਇਹ ਪੰਜ ਦੂਤ ਜਿਹੜੇ ਕਹਿਣ ਲੱਗੇ ਪੰਜ ਵਿਕਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜ ਦੂਤ ਬਣ ਕੇ ਤੈਨੂੰ ਚੰਬੜੇ ਨੇ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਇਸ ਕਾਲ ਨੂੰ, ਇਸ ਆਤਮਕ ਮੌਤ ਨੂੰ ਮਾਰ ਦਿੱਤਾ। ਪਰ ਸਤਿਗੁਰੂ ਇੱਥੇ ਕਹਿੰਦੇ ਆ ਵੀ ਕਿ ਜਿਤ ਦਿਨ ਦੇ ਬਿਨਸ ਸੀ ਤਿਤ ਵੇਲਾ ਕਹਿਸਨ ਪ੍ਰੇਤ, ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ। ਇਹ ਜਮਦੂਤ ਜਦੋਂ ਬੰਦੇ ਨੂੰ ਚੰਬੜਦੇ ਆ ਨਾ, ਇਹ ਜਮ, ਇਹ ਦੂਤ, ਇਹ ਪੰਜ ਵਿਕਾਰ ਔਗਣ, ਸਾਹਿਬ ਕਹਿਣ ਲੱਗੇ ਕਿਸੇ ਨਾ ਦੇਣੀ ਭੇਤ। ਇਹ ਕਿਸੇ ਨੂੰ ਭੇਤ ਨਹੀਂ ਦਿੰਦੇ ਨੇ, ਇਹ ਬੰਦੇ ਨੂੰ ਕਿੱਥੇ ਲਿਜਾ ਰਹੇ ਨੇ। ਕਈ ਵਾਰੀ ਬੰਦਾ ਇੱਦਾਂ ਦਾ ਗਿਰਿਆ ਕਰਮ ਕਰ ਲੈਂਦਾ, ਅਸੀਂ ਕਹਿੰਦੇ ਵੀ ਇਹਦੇ ਬਾਰੇ ਤਾਂ ਕਦੀ ਸੋਚਿਆ ਵੀ ਨਹੀਂ ਸੀ ਬੰਦਾ ਇੱਦਾਂ ਦਾ ਕਰਮ ਕਰ ਲੂਗਾ। ਇਹ ਦੂਤ ਅੰਦਰੋਂ ਅੰਦਰੀ ਵਿਕਾਰ, ਅੰਦਰੋਂ ਅੰਦਰੀ ਇੱਦਾਂ ਖੋਰਾ ਲਾਉਂਦੇ ਗਏ ਕਿ ਇਹ ਬੰਦੇ ਦਾ ਪਤਾ ਹੀ ਨਹੀਂ ਲੱਗਾ ਵੀ ਜਿਹੜਾ ਬੰਦਾ ਕੱਲ ਧਰਮੀ ਸੀ ਉਹ ਪਤਾ ਨਹੀਂ ਧਰਮ ਤੋਂ ਗਿਰਿਆ ਹੋਇਆ ਆ ਧਰਮ ਵਾਲਾ ਕਰਮ ਕਰ ਬੈਠਦਾ। ਪਤਾ ਹੀ ਨਹੀਂ ਲੱਗਦਾ ਵੀ ਉਸ ਬੰਦੇ ਦਾ ਵੀ ਜਿਹੜਾ ਕੱਲ ਦਾ ਬੰਦਾ ਬੜਾ ਚੰਗਾ ਸੀ, ਕੋਈ ਜੀਵਨ ਅੰਦਰ ਕਰਮ ਇੱਦਾਂ ਦਾ ਹੋ ਜਾਂਦਾ ਇਹਨਾਂ ਵਿਕਾਰਾਂ ਦੇ ਅਧੀਨ ਲੱਗ ਕੇ ਕਿ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਸੋਚਦੇ ਹਾਂ ਵੀ ਮੂੰਹ 'ਚ ਉਂਗਲਾਂ ਪਾ ਲੈਣੇ, ਇਹ ਬੰਦਾ ਇੱਦਾਂ ਦਾ ਕਰਮ ਕਰ ਬੈਠਾ। ਸਾਹਿਬ ਕਹਿਣ ਲੱਗੇ ਇਹ ਅੰਦਰੋਂ ਅੰਦਰੀ ਬੰਦੇ ਨੂੰ ਖੋਰਾ ਲਾਉਂਦੇ ਵੀ ਪਤਾ ਹੀ ਨਹੀਂ ਲੱਗਦਾ ਵੀ ਬੰਦਾ ਕਿੱਥੇ ਕੋਈ ਜਾ ਕੇ ਡਿੱਗ ਪੈਂਦਾ। ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ। ਇਹ ਭੇਤ ਨਹੀਂ ਦਿੰਦੇ ਨੇ ਵੀ ਕਿੱਥੇ ਤੱਕ ਬੰਦੇ ਨੂੰ ਲਿਜਾ ਰਿਹਾ, ਵੀ ਬੰਦਾ ਕਿੰਨਾ ਕੁ ਰਸਾਤਲ ਤੱਕ। ਜਿਹੜੇ ਮਾਪੇ ਬੱਚੇ ਦੀ ਪਰਵਰਿਸ਼ ਕਰਦੇ ਆ ਵੀ ਉਹਨਾਂ ਮਾਪਿਆਂ ਤੇ ਹੱਥ ਚੁੱਕਣ ਤੱਕ ਵੀ ਬੱਚਾ ਚਲਾ ਜਾਂਦਾ, ਵੀ ਇੰਨਾ ਗਿਰ ਜਾਂਦਾ ਕਈ ਵਾਰੀ। ਜਿਸ ਮਾਪਿਓ ਨੇ ਸਾਰਾ ਕੁਝ ਕੀਤਾ ਹੋਵੇ ਬੱਚੇ ਵਾਸਤੇ, ਵੀ ਇੰਨਾ ਬੰਦਾ ਗਿਰ ਗਿਆ ਵੀ ਹੁਣ ਉਹ ਅੰਦਰੋਂ ਉਹ ਕ੍ਰੋਧ ਦਾ, ਉਹ ਲਾਲਚ ਦਾ, ਉਹ ਅੰਦਰੋਂ ਦੂਤ ਜਿਹੜਾ ਚੰਬੜਿਆ ਸੀ ਨਾ, ਬੰਦੇ ਨੂੰ ਪਤਾ ਨਹੀਂ ਕਿਹੜੀ ਖੱਡ ਵਿੱਚ ਜਾ ਕੇ ਸੁੱਟ ਦਿੰਦਾ। ਇਹਦਾ ਭੇਤ ਭਾਵੇਂ ਮਾਪਿਓ ਸਾਹਮਣੇ ਵੀ ਹੁੰਦੇ ਆ, ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਕਿੱਥੋਂ ਤੱਕ ਸਾਡਾ ਬੱਚਾ ਗਿਰ ਰਿਹਾ। ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ, ਛੱਡ ਖੜੋਤੇ ਖਿਨਾ ਮਾਏ। ਸਤਿਗੁਰ ਕਹਿੰਦੇ ਇਹ ਛੱਡ ਜਾਂਦੇ ਆ, ਜਿਨ੍ਹਾਂ ਨਾਲ ਪਿਆਰ ਮੁਹੱਬਤ ਬੜਾ ਸੀ ਨਾ,
ਇਹਨਾਂ ਵਿਕਾਰਾਂ ਦੇ ਅਧੀਨ ਕ੍ਰੋਧ, ਲਾਲਚ, ਇਹ ਚੀਜ਼ਾਂ ਬੰਦੇ ਨੂੰ ਮਿੱਠੀਆਂ ਲੱਗਦੀਆਂ ਨੇ। ਬੰਦਾ ਆਪਣਾ ਕ੍ਰੋਧ ਕਿਤੇ ਛੱਡ ਕੇ ਰਾਜੀ ਹੁੰਦਾ, ਆਪਣੀ ਹਉਮੈ ਈਗੋ ਬੰਦਾ ਛੱਡ ਸਕਦਾ ਨਹੀਂ। ਇਹਨਾਂ ਨਾਲ ਮੁਹੱਬਤ ਬਣ ਜਾਂਦੀ, ਪਿਆਰ ਬਣ ਜਾਂਦਾ। ਪਰ ਸਤਿਗੁਰ ਕਹਿੰਦੇ ਇਹ ਛੱਡ ਜਾਂਦੇ ਆ ਤੈਨੂੰ। ਛੱਡ ਖੜੋਤੇ ਖਿਨੈ ਮਾਏ, ਖਿਨ ਵਿੱਚ ਹੀ ਜਿਨ ਸੋ ਲੱਗਾ ਹੇਤ, ਜਿਨ੍ਹਾਂ ਨਾਲ ਹੇਤ ਪਿਆਰ ਬੜਾ ਬਣਿਆ ਸੀ ਨਾ, ਇਹ ਤੈਨੂੰ ਛੱਡ ਕੇ ਚਲੇ ਜਾਂਦੇ ਆ। ਜਦੋਂ ਬੰਦਾ ਹਉਮੈ, ਹੰਕਾਰ ਵਸ, ਲਾਲਚ ਵਸ, ਕ੍ਰੋਧ ਵਸ ਕੋਈ ਕਰਮ ਕਰ ਬੈਠਦਾ, ਕਦੀ ਅਦਾਲਤ ਵਿੱਚ ਸਜ਼ਾ ਜਦੋਂ ਦਿੱਤੀ ਜਾਂਦੀ ਹੈ, ਅਦਾਲਤ ਵਿੱਚ ਜਦੋਂ ਸਜ਼ਾ ਦਿੱਤੀ ਜਾਂਦੀ ਤੇ ਕਦੀ ਬੰਦਾ ਆਖੇਗਾ ਮੈਂ ਕ੍ਰੋਧ ਵਸ ਹੋ ਕੇ ਇਹ ਕਰਮ ਕੀਤਾ। ਕਦੀ ਕ੍ਰੋਧ ਨੂੰ ਸਜ਼ਾ ਹੋਈ ਜੀ? ਕਦੀ ਕ੍ਰੋਧ ਨੂੰ ਸਜ਼ਾ ਨਹੀਂ ਹੁੰਦੀ। ਬੰਦਾ ਆਖੇਗਾ ਜੀ ਮੈਂ ਲਾਲਚ ਵਸ ਇਹ ਕਰਮ ਕਰ ਬੈਠਾ, ਰਿਸ਼ਵਤ ਲੈ ਬੈਠਾ, ਹੁਣ ਲਾਲਚ ਨੂੰ ਸਜ਼ਾ ਥੋੜੀ ਹੋਣੀ, ਉਹ ਤਾਂ ਛੱਡ ਕੇ ਚਲਾ ਗਿਆ ਨਾ। ਕ੍ਰੋਧ ਆਇਆ ਸੀ ਪਲ ਦੀ ਪਲ। ਕਈ ਵਾਰੀ ਏਦਾਂ ਹੁੰਦਾ ਸਕੇ ਭਰਾ ਤੋਂ ਸਕੇ ਭਰਾ ਦਾ ਜ਼ਮੀਨਾਂ ਦੀ ਖਾਤਰ ਜਾਂ ਘਰ ਦੇ ਰੌਲੇ ਰੱਪੇ ਦੀ ਖਾਤਰ ਕਤਲ ਹੋ ਜਾਂਦੇ ਆ, ਤੇ ਮੁੜ ਕੇ ਕਈ ਵਾਰੀ ਭਰਾ ਸਾਰੀ ਉਮਰ ਆਪਣੇ ਆਪ ਨੂੰ ਕੋਸਦੇ ਰਹਿੰਦੇ ਵੀ ਕ੍ਰੋਧ ਵਸ ਮੈਂ ਗਲਤੀ ਕਰ ਬੈਠਾ। ਹੁਣ ਕ੍ਰੋਧ ਥੋੜਾ, ਹੁਣ ਕ੍ਰੋਧ ਨੂੰ ਸਜ਼ਾ ਕਿਹਨੇ ਦੇਣੀ ਹੈ? ਸਤਿਗੁਰ ਕਹਿੰਦੇ ਉਦੋਂ ਹੀ ਛੱਡ ਕੇ ਚਲਾ ਗਿਆ। ਆਇਆ ਸੀ ਉਹ ਆਪਣਾ ਕੰਮ ਤੇ ਇੱਥੋਂ ਕਰਵਾ ਕੇ ਉਹ ਛੱਡ ਕੇ ਚਲਾ ਗਿਆ, ਉਹਨੂੰ ਸਜ਼ਾ ਤੈਨੂੰ ਭੁਗਤਣੀ ਪੈਣੀ ਹੈ। ਸਤਿਗੁਰ ਕਹਿਣ ਲੱਗੇ ਛੱਡ ਖੜੋਤੇ ਖਿਨੈ ਮਾਹੇ, ਉਹ ਖਿਨ ਵਿੱਚ ਹੀ ਵਿਕਾਰ ਛੱਡ ਕੇ ਚਲੇ ਜਾਂਦੇ ਜਿਨ ਸਿਓ ਲੱਗਾ ਹੇਤ, ਜਿਨ੍ਹਾਂ ਨਾਲ ਬੜਾ ਪਿਆਰ ਬਣਾ ਸੀ। ਹੱਥ ਮਰੋੜਿਆ ਤਨ ਕੰਪੈ ਸਿਆਹੋ ਹੋਊਗਾ ਸੇਤ। ਸਤਿਗੁਰ ਕਹਿੰਦੇ ਫਿਰ ਹੱਥ ਕੰਬਦੇ ਆ ਜਦੋਂ ਵਿਕਾਰਾਂ ਦੇ ਅਧੀਨ ਬੰਦਾ ਮਾੜਾ ਕਰਮ ਕਰ ਬੈਠਦਾ ਹੈ ਨਾ, ਤੇ ਸਤਿਗੁਰ ਕਹਿੰਦੇ ਫਿਰ ਹੱਥ ਕੰਬਦੇ ਆ। ਹੱਥ ਮਰੋੜਿਆ, ਹੱਥਾਂ ਨੂੰ ਮਰੋੜਦਾ ਹੈ, ਸਰੀਰ ਕੰਬਦਾ, ਤਨ ਕੰਪੈ, ਸਰੀਰ ਕੰਬਦਾ ਤੇ ਹੱਥਾਂ ਨੂੰ ਬੰਦਾ ਕਈ ਵਾਰੀ ਮਲਦਾ ਰਹਿੰਦਾ, ਮਰੋੜਦਾ ਰਹਿੰਦਾ, ਆਪਣੇ ਕੀਤੇ ਤੇ ਪਛਤਾਵਾ ਕਰਦੇ। ਹੱਥ ਮਰੋੜਿਆ ਤਨ ਕੰਪੈ ਸਿਆਹੋ ਹੋਵਾ ਸੇਤ। ਕਾਲੇ ਤੋਂ ਕਹਿਣ ਲੱਗੇ ਚਿੱਟਾ ਰੰਗ ਫੱਕ ਹੋ ਜਾਂਦਾ। ਅਸੀਂ ਕਹਿੰਦੇ ਵੇਖ ਇਹਦਾ ਰੰਗ ਕਿੱਦਾਂ ਉੱਡ ਗਿਆ। ਹਾਂ ਵੀ ਬੰਦੇ ਦਾ ਰੰਗ 'ਚ ਫਰਕ ਪੈ ਜਾਂਦਾ ਵੀ ਜਦੋਂ ਕੋਈ ਗੁਨਾਹ ਕਰਦਾ ਬੰਦਾ ਫੜਿਆ ਜਾਂਦਾ, ਰੰਗ ਬਦਲ ਜਾਂਦਾ। ਛੱਡ ਖੜੋਤੇ ਖਿਨੈ ਮਾਹੇ ਜਿਨ ਸਿਓ ਲੱਗਾ ਹੇਤ, ਹੱਥ ਮਰੋੜਾ ਤਨ ਕੰਪੇ ਸਿਆਹੋ ਹੋਵਾ ਸੇਤ। ਸਤਿਗੁਰੂ ਜੀ ਕਹਿਣ ਲੱਗੇ ਜਿਹਾ ਬੀਜੈ ਸੋ ਲੁਣਾ ਕਰਮਾ ਸੰਧੜਾ ਖੇਤ। ਇਹ ਤਾਂ ਕਰਮਾਂ ਦਾ, ਸੰਧੜਾ ਦਾ ਭਾਵ ਦਾ ਹੈ, ਇਹ ਤਾਂ ਕਰਮਾਂ ਦਾ ਖੇਤ ਆ। ਜੋ ਕਰਮਾਂ ਦਾ ਬੀਜ ਇਸ ਸਰੀਰ ਦੀ ਭੋਏ ਵਿੱਚ, ਸਰੀਰ ਦੀ ਜ਼ਮੀਨ ਵਿੱਚ ਬੀਜਿਆ ਨਾ, ਸਤਿਗੁਰ ਕਹਿੰਦੇ ਉਹ ਵੱਢਣਾ ਹੀ ਪੈਂਦਾ। ਜੇ ਭਰਮੀ ਬੀਜੇ ਨੇ, ਜੇ ਦੂਜੇ ਲੱਗਾ ਹੇਤ ਹੀ ਆ, ਤੇ ਸਤਿਗੁਰ ਜੀ ਕਹਿਣ ਲੱਗੇ ਫਿਰ ਜੀਵਨ ਅੰਦਰ ਇਹ ਕੁਝ ਵਾਪਰਦਾ ਹੀ ਰਹੇਗਾ। ਦੁਖੀ ਪਰੇਸ਼ਾਨ ਪਛਤਾਵੇ ਵਿੱਚ ਆਪਣੇ ਜੀਵਨ ਨੂੰ ਜਿਉਂਦਾ ਹੀ ਰਹੇਗਾ। ਇਹ ਜੀਵਨ ਐਸਾ ਬਣਿਆ ਹੀ ਰਹੇਗਾ। ਇਹ ਵਿਕਾਰ, ਇਹ ਔਗਣ, ਇਹ ਜੰਮ ਤੈਨੂੰ ਬਣ ਕੇ ਚੰਬੜੇ ਹੀ ਰਹਿਣਗੇ। ਇਹ ਸਦਾ ਜੀਵਨ ਨੂੰ ਦੁਖੀ ਪਰੇਸ਼ਾਨ ਕਰਦੇ ਰਹਿਣਗੇ। ਔਰ ਜਿਹਾ ਬੀਜਾ ਸੋ ਲਾਉਣਾ, ਉਹੀ ਕੁਝ ਵੱਢਿਆ ਜਾਂਦਾ ਹੈ। ਕਰਮਾ ਸੰਧੜਾ ਖੇਤ, ਜੋ ਅਸੀਂ ਜੀਵਨ ਵਿੱਚ ਬੀਜਦੇ ਹਾਂ, ਜੋ ਅਸੀਂ ਆਪਣੇ ਬੱਚਿਆਂ ਦੇ ਸਾਹਮਣੇ ਬੀਜ ਰਹੇ ਹਾਂ, ਉਦਾਂ ਦਾ ਸਾਨੂੰ ਵੱਢਣਾ ਪੈਂਦਾ। ਸਾਡੇ ਬੱਚਿਆਂ ਦਾ ਸੁਭਾਅ ਵੀ ਉਦਾਂ ਦਾ, ਜਿੱਦਾਂ ਦਾ ਅਸੀਂ ਆਪਣੇ ਮਾਪਿਆਂ ਨਾਲ ਵਿਹਾਰ ਕਰਦੇ ਹਾਂ, ਆਉਣ ਵਾਲਾ ਕੱਲ ਭਵਿੱਖ ਸਾਨੂੰ ਵੀ ਕੁਝ ਦਿਖਾਉਂਦਾ ਵੀ ਉਦਾਂ ਦਾ ਸਾਡੇ ਨਾਲ ਵਿਹਾਰ ਹੋਵੇਗਾ। ਕਿਉਂਕਿ ਸਾਡੇ ਬੱਚੇ ਦੇਖ ਰਹੇ ਹੁੰਦੇ, ਇਹ ਸਾਡੇ ਦਾਦਾ ਦੀ ਕਿੰਨੀ ਕੁ ਰਿਸਪੈਕਟ ਕਰਦੇ ਆ, ਦਾਦੇ ਦਾਦੀ ਦੀ, ਉੱਦਾਂ ਦੇ ਬੱਚੇ ਅੱਗੇ ਹੋਈ ਜਾਂਦੇ ਨੇ। ਉੱਦਾਂ ਦਾ ਰਿਸਪੈਕਟ, ਜਿਵੇਂ ਕਹਿੰਦੇ ਨਾ ਖੂਹ ਵਿੱਚ ਜਿੱਦਾਂ ਦੀ ਆਵਾਜ਼ ਮਾਰੋ ਤਾਂ ਮੁੜ ਕੇ ਉੱਦਾਂ ਦੀ ਮਿਲਦੀ ਹੈ। ਇੱਦਾਂ ਸਾਡੇ ਨਾਲ ਵੀ ਇਹ ਕੁਝ ਵਾਪਰਦਾ ਹੈ। ਜੋ ਅਸੀਂ ਬੀਜ ਰਹੇ ਉੱਦਾਂ ਦਾ ਵੱਢਣਾ ਪੈਂਦਾ। ਜਿਹਾ ਬੀਜੈ ਸੋ ਲਣਾ ਕਰਮਾ ਸੰਧੜਾ ਖੇਤ, ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ। ਨਾਨਕ ਜੀ ਕਹਿੰਦੇ ਗੁਰੂ ਅਰਜਨ ਸਾਹਿਬ ਮਹਾਰਾਜ, ਹੇ ਪ੍ਰਭੂ ਮੈਂ ਤੇਰੀ ਸ਼ਰਨ ਵਿੱਚ ਆਇਆ। ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ। ਆਪਣੇ ਚਰਨਾਂ ਰੂਪੀ ਜਹਾਜ਼ ਵਿੱਚ ਮੈਨੂੰ ਬਿਠਾ ਲਾ। ਇਹ ਚਰਨਾਂ ਦਾ ਜਹਾਜ਼ ਮੈਨੂੰ ਦੇ ਦੇ। ਮੈਂ ਤੇਰੇ ਚਰਨਾਂ ਦੀ ਸੰਗਤ ਕਰਦਾ, ਭਾਵ ਤੇਰੇ ਸ਼ਬਦ ਦੀ ਸੰਗਤ ਕਰਦਾ ਹੋਇਆ ਮਾਲਕ ਤੇਰੀ ਸ਼ਰਨ ਵਿੱਚ ਆਇਆ। ਕਿਰਪਾ ਕਰ ਮੇਰੇ ਜੀਵਨ ਨੂੰ ਪਾਰ ਉਤਾਰ ਲਾ। ਚਰਨ ਬੋਹਿਤ ਪ੍ਰਭ ਦੇਤ, ਚਰਨਾਂ ਦਾ ਜਹਾਜ਼ ਆਖਿਆ ਵੀ ਹੁਣ ਜਹਾਜ਼ ਕਿਉਂ? ਵੀ ਜਹਾਜ਼ ਸਮੁੰਦਰ ਤੋਂ ਪਾਰ ਲਗਾਉਣ ਵਾਸਤੇ। ਕਹਿਣ ਲੱਗੇ ਸੰਸਾਰ ਸਮੁੰਦਰ ਆ, ਮੈਂ ਵੀ ਦਾਤਾ ਵਿੱਚ ਡੁੱਬ ਰਿਹਾ। ਕਿਰਪਾ ਕਰ ਆਪਣੇ ਨਾਮ ਦਾ, ਆਪਣੇ ਸ਼ਬਦ ਦਾ ਜਹਾਜ਼ ਦੇ ਕੇ, ਆਪਣੇ ਚਰਨਾਂ ਦਾ ਜਹਾਜ਼ ਦੇ ਕੇ ਮੈਨੂੰ ਇਸ ਪਾਪ ਸਾਗਰ ਵਿੱਚੋਂ ਪਾਰ ਕਰ ਦੇ। ਚਰਨ ਬੋਹਿਤ ਪ੍ਰਭ ਦੇਤ, ਅਖੀਰ ਤੇ ਫਿਰ ਬਚਨ ਆਕੇ ਸੇ ਭਾਦੋਏ ਨਰਕ ਨਾ ਪਾਈਆ ਗੁਰ ਰੱਖਣ ਵਾਲਾ ਹੇਤ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਭਾਦੋ ਦੇ ਮਹੀਨੇ ਰਹੇ ਉਪਦੇਸ਼ ਹੈ, ਨਰਕ ਨਾ ਪਾਈਆਂ। ਉਹ ਨਰਕ ਵਿੱਚ ਨਹੀਂ ਪੈਂਦੇ ਨੇ, ਉਹ ਨਹੀਂ ਨਰਕ ਵਿੱਚ ਪਾਏ ਜਾਂਦੇ ਨੇ, ਉਹ ਨਰਕ ਵਾਲਾ ਜੀਵਨ ਨਹੀਂ ਜਿਉਂਦੇ ਨੇ। ਸਾਹਿਬ ਜੀ ਕਹਿਣ ਲੱਗੇ ਗੁਰ ਰੱਖਣ ਵਾਲਾ ਹੇਤ, ਜਿਨ੍ਹਾਂ ਦਾ ਹਿੱਤੂ, ਜਿਨ੍ਹਾਂ ਦਾ ਪਿਆਰ ਕਰਨ ਵਾਲਾ ਗੁਰੂ ਬਣਦਾ ਹੈ, ਜਿਹੜੇ ਆਪਣੇ ਗੁਰੂ ਨਾਲ ਸਾਂਝ ਬਣਾ ਲੈਂਦੇ ਆ ਅਤੇ ਭਰਮ ਤੋਂ ਵਿਹੂਣਾ ਹੋ ਕੇ, ਭਰਮ ਤੋਂ ਬਾਹਰ ਨਿਕਲ ਕੇ ਜੀਵਨ ਨੂੰ ਜਿਉਂਦੇ ਨੇ। ਔਰ ਸਤਿਗੁਰੂ ਜੀ ਕਹਿਣ ਲੱਗੇ
ਐਸਾ ਜਿਹੜਾ ਜੀਵਨ ਹੈ, ਜਿਹੜਾ ਗੁਰੂ ਦੇ ਪਿਆਰ ਵਾਲਾ ਹੈ, ਸਤਿਗੁਰੂ ਜੀ ਕਹਿਣ ਲੱਗੇ ਉਹ ਗੁਰੂ ਦੇ ਸ਼ਬਦ ਰੂਪੀ ਜਹਾਜ਼ ਵਿੱਚ ਬੈਠ ਕੇ ਇਸ ਸੰਸਾਰ ਸਮੁੰਦਰ ਨੂੰ ਪਾਰ ਕਰ ਲੈਂਦੇ ਨੇ, ਉਹਨਾਂ ਦਾ ਜੀਵਨ ਆਨੰਦ ਭਰਪੂਰ ਬਣਦਾ ਹੈ। ਐਸੇ ਬਚਨ ਸਤਿਗੁਰੂ ਨੇ ਅੱਜ ਸਾਡੇ ਨਾਲ ਸਾਂਝੇ ਕੀਤੇ। ਸਤਿਗੁਰੂ ਬਖਸ਼ਿਸ਼ ਕਰਨ। ਇਹ ਜੋ ਪਵਿੱਤਰ ਬਚਨ ਸਤਿਗੁਰੂ ਨੇ ਅੱਜ ਸਾਡੇ ਨਾਲ ਸਾਂਝੇ ਕੀਤੇ ਆ, ਸਤਿਗੁਰੂ ਭਰਮ ਦੇ ਜੀਵਨ ਦੀ ਦਾਸਤਾਨ ਸਾਡੇ ਨਾਲ ਪਾਉਂਦੇ ਆ। ਗੁਰੂ ਮਿਹਰ ਕਰੇ, ਗੁਰੂ ਦੇ ਕੋਲ ਆਣ ਕੇ ਅਸੀਂ ਆਪਣੇ ਜੀਵਨ ਵਿੱਚੋਂ ਭਰਮ ਨੂੰ ਤਿਆਗ ਸਕੀਏ। ਸਤਿਗੁਰੂ ਦੇ ਪਵਿੱਤਰ ਬਚਨ, ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਲਾਹ, ਰਾਮ ਰਾਮ ਨਾਮ ਰੰਗ ਰਤਿਆਂ, ਭਾਰ ਨਾ ਭਰਮ ਤਿਨਾ। ਵੀ ਨਾਨਕ, ਹੈ ਨਾਨਕ ਮਨ ਸਮਝਾਈਏ, ਮਨ ਨੂੰ ਸਮਝਾ ਕਿਵੇਂ? ਗੁਰ ਕੈ ਸ਼ਬਦ ਸਲਾਹ, ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੀ ਸਿਫਤ ਸਲਾਹ ਦੁਆਰਾ ਇਸ ਮਨ ਨੂੰ ਸਮਝਾਉਣ ਦਾ ਯਤਨ ਕਰ। ਰਾਮ ਨਾਮ ਰੰਗ ਰਤਿਆਂ, ਰੱਬ ਦੇ ਰੰਗ ਵਿੱਚ ਰਤਿਆਂ, ਭਾਰ ਨਾ ਭਰਮ ਤਿਨਾ। ਉਹਨਾਂ ਨੂੰ ਭਾਰ ਨਹੀਂ ਰਹਿ ਜਾਂਦਾ। ਭਰਮ ਦਾ ਉਹਨਾਂ ਲੋਕਾਂ ਨੂੰ, ਉਹਨਾਂ ਗੁਰਸਿੱਖਾਂ ਦੇ ਜੀਵਨ ਵਿੱਚ ਭਰਮ ਦਾ ਭਾਰ ਨਹੀਂ ਹੈ। ਸਤਿਗੁਰੂ ਜੀ ਕਹਿਣ ਲੱਗੇ ਜਿਹੜੇ ਗੁਰੂ ਦੇ ਸ਼ਬਦ ਨੂੰ ਜੀਵਨ ਦਾ ਸ਼ਿੰਗਾਰ ਬਣਾਉਂਦੇ। ਸਤਿਗੁਰੂ ਬਖਸ਼ਿਸ਼ ਕਰਨ। ਅਸੀਂ ਭਰਮ ਦੇ ਜੀਵਨ ਤੋਂ ਬਾਹਰ ਨਿਕਲ ਕੇ ਗੁਰੂ ਦੀ ਮੱਤ ਤੇ ਅਨੁਸਾਰੀ ਚੱਲ ਕੇ ਆਪਣੇ ਜੀਵਨ ਨੂੰ ਜਿਉ ਸਕੀਏ, ਤਾਂ ਹੀ ਸਾਡਾ ਸਤਿਗੁਰੂ ਦੀ ਪਵਿੱਤਰ ਗੋਦ ਵਿੱਚ ਜੁੜਿਆ ਬੈਠਿਆ ਸਫਲ ਹੈ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਕਰਦਿਆਂ ਇੱਕ ਨਹੀਂ ਬੇਅੰਤ ਭੁੱਲਾ ਹੋ ਜਾਂਦੀਆਂ। ਗੁਰੂ ਔਰ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਬਖਸ਼ ਦੇਣਾ ਜੀਓ ਅਖੀਰ ਤੇ ਫਤਿਹ ਪ੍ਰਵਾਨੋਂ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।